ਜਿਵੇਂ ਜਿਵੇਂ ਮਨੁੱਖ ਬੰਦਗੀ ਕਰਦਾ ਹੈ, ਬੰਦਗੀ ਕਰਦਿਆਂ ਕਰਦਿਆਂ ਬੰਦਗੀ ਚਾਹ ਕੇ ਵੀ ਇਹ ਛੱਡ ਨਹੀਂ ਪਾਏਗਾ। ਜਦੋਂ ਬੰਦਗੀ ਦਾ ਰਸ ਆ ਗਿਆ, ਜਦੋਂ ਬੋਲਾਂ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਗਿਆ, ਰਸ ਆਉਣ ਦਾ ਮਤਲਬ ਉਹ ਚੀਜ਼ ਸਮਝ ਆਉਣੀ ਲੱਗ ਪਈ। ਜਦੋਂ ਉਹ ਚੀਜ਼ ਸਮਝ ਆਉਂਦੀ ਹੈ, ਫਿਰ ਮਨੁੱਖ ਚਾਹ ਕੇ ਵੀ ਉਸ ਚੀਜ਼ ਨੂੰ ਛੱਡ ਨਹੀਂ ਸਕਦਾ। ਕਿਉਂ? ਮਨੁੱਖ ਦਾ ਜਿਹੜਾ ਮਾਨਸਿਕ ਲੈਵਲ ਹੈ ਉੱਥੋਂ ਤਾਈਂ ਪਹੁੰਚ ਚੁੱਕਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਬੰਦਗੀ ਦੇ ਵਿੱਚ ਜੁੜ, ਸਤ ਸੰਗਤ ਆਰੰਭ ਕਰ। ਹੋ ਸਕਦਾ ਹੈ ਪਹਿਲੇ ਦਿਨ ਉਸ ਨਾਲ ਆਨੰਦ ਨਹੀਂ ਆਏਗਾ, ਦੂਜੇ ਦਿਨ ਵੀ ਨਾ ਆਏ, ਪਰ ਹੌਲੀ ਹੌਲੀ ਹੌਲੇ ਹੌਲੇ, ਜਿਵੇਂ ਆਮ ਕਰਕੇ ਦੁਨੀਆ 'ਚ ਕਹਾਵਤ ਪ੍ਰਚਲਿਤ ਹੈ, ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ। ਅਭਿਆਸ ਕਰਦਿਆਂ ਕਰਦਿਆਂ ਜਿਹੜਾ ਜੜਮਤ ਵੀ ਹੁੰਦਾ ਉਹ ਵੀ ਸੁਜਾਨ ਹੋ ਜਾਂਦਾ, ਬੁੱਧੀਮਾਨ ਹੋ ਜਾਂਦਾ ਅਭਿਆਸ ਨਾਲ। ਤਾਂ ਹੀ ਕਰਕੇ ਬਾਰ-ਬਾਰ ਇਹ ਕਿਹਾ ਜਾਂਦਾ ਹੈ, ਸਤ ਸੰਗਤ ਵਿੱਚ ਬਾਰ-ਬਾਰ ਸ਼ਬਦ ਦਾ ਅਭਿਆਸ ਕਰੋ। ਬਾਰ-ਬਾਰ ਇਹ ਗੱਲ, ਸ਼ਬਦ ਦਾ ਅਭਿਆਸ ਕਰੋ, ਕਿਉਂਕਿ ਅਭਿਆਸ ਹੀ ਮਨੁੱਖ ਦੇ ਅੰਦਰ ਦੇ ਜਿਹੜੇ ਮਾੜੇ ਵਿਕਾਰ ਨੇ ਉਹਨਾਂ ਨੂੰ ਕੱਟਦਾ ਹੈ। ਕਿਉਂਕਿ ਮਨੁੱਖ ਦਾ ਜਿਹੜਾ ਮਨ ਹੈ ਕਈ ਪ੍ਰਕਾਰਾਂ ਵਿੱਚ ਖਿੰਡਿਆ ਹੋਇਆ ਹੈ। ਮਨੁੱਖ ਦੇ ਅੰਦਰ ਦੀ ਜਿਹੜੀ ਊਰਜਾ ਹੈ ਉਹ ਖਿੰਡੀ ਹੋਈ ਹੈ, ਮਨ ਜੁੜਦਾ ਹੀ ਨਹੀਂ ਪਰਮਾਤਮਾ ਨਾਲ, ਸੁਰਤ ਉਧਰ ਨੂੰ ਤੁਰਦੀ ਨਹੀਂ। ਕਾਰਨ ਕੀ ਹੈ? ਅੱਧਾ ਕੁ ਮਨੁੱਖ ਦਾ ਮਨ ਹੈ ਅੱਖਾਂ ਦੇ ਥਾਣੀ ਖਿੰਡਿਆ ਹੋਇਆ ਹੈ, ਅੱਧਾ ਕੁ ਭੂਤ ਕਾਲ ਦੀਆਂ ਯਾਦਾਂ ਵਿੱਚ ਤੁਰਿਆ ਫਿਰਦਾ, ਮੇਰੇ ਨਾਲ ਆਹ ਹੋਇਆ, ਇਹ ਕਿਉਂ ਨਹੀਂ ਹੋਇਆ, ਐਵੇਂ ਹੋਣਾ ਚਾਹੀਦਾ, ਉਹ ਬਾਰ-ਬਾਰ ਉਹਨੂੰ ਸੋਚੀ ਜਾਂਦਾ ਹੈ। ਅੱਧਾ ਕੁ ਮਨ ਭਵਿੱਖ ਬਾਰੇ ਸੋਚੀ ਜਾਂਦਾ, ਐਵੇਂ ਹੋਣਾ ਚਾਹੀਦਾ ਹੈ, ਜੇ ਐਵੇਂ ਨਾ ਹੋਇਆ ਮੇਰੀ ਜ਼ਿੰਦਗੀ ਖਰਾਬ ਹੋ ਜਾਏਗੀ, ਪਰੇਸ਼ਾਨ ਹੋ ਜਾਏਗੀ। ਅੱਧੀ ਕੁ ਊਰਜਾ ਉੱਥੇ ਲੱਗੀ ਹੈ, ਅੱਧੀ ਕੁ ਸੁਰਤ ਉੱਧਰ ਗਵਾਚੀ ਹੈ, ਪਤਾ ਨਹੀਂ ਹੈ ਮਨੁੱਖ ਨੂੰ। ਬਾਕੀ ਇਹਦਾ ਸਾਰੇ ਦਾ ਸਾਰਾ ਫੋਕਸ 9 ਦੁਆਰਿਆਂ ਨੇ ਖਿੱਚਿਆ ਹੋਇਆ ਹੈ। 9 ਦੁਆਰਿਆਂ ਦੇ ਰਾਹੀਂ ਜਿਹੜੀ ਇਹਦੀ ਊਰਜਾ ਹੈ ਉਹ ਖਤਮ ਹੋਈ ਹੈ, ਖਿੱਚੀ ਪਈ ਹੈ, ਵੰਡਿਆ ਪਿਆ ਮਨੁੱਖ ਦਾ ਮਨ, ਚਿੱਤ ਖਿੰਡਿਆ ਪਿਆ ਹੈ। ਜਦੋਂ ਤਾਈਂ ਚਿੱਤ ਖਿੰਡਿਆ ਹੋਇਆ ਹੈ ਉਦੋਂ ਤਾਈਂ ਸੁਰਤ ਸ਼ਬਦ ਦੀ ਮੇਲ ਹੋਏਗਾ ਹੀ ਨਹੀਂ। ਸੁਰਤ ਸ਼ਬਦ ਦੇ ਨਾਲ ਜੁੜਦੀ ਤਾਂ ਹੈ ਜਦੋਂ ਇੱਕ ਹੋ ਜਾਏ। ਇਸ ਕਰਕੇ ਜਦੋਂ ਇਹਨੂੰ ਯੋਗ ਮਤ ਦੇ ਵਿੱਚ ਕਹਿੰਦੇ ਨੇ ਸ਼ਮ ਦਮ, ਇੰਦਰੀਆਂ ਦੇ ਉੱਤੇ ਕਾਬੂ ਪਾਉਣਾ, ਬਾਰ-ਬਾਰ ਨਿਧੀ ਆਸਣ ਕਰਨਾ, ਇੱਕ ਚੀਜ਼ ਨੂੰ ਬਾਰ-ਬਾਰ ਯਾਦ ਕਰਨਾ, ਬਾਰ-ਬਾਰ ਯਾਦ ਕਰਨਾ। ਜਿਵੇਂ ਆਪਾਂ ਸ਼ਬਦ ਯਾਦ ਕਰਦੇ ਹਾਂ, ਬਾਰ-ਬਾਰ ਸ਼ਬਦ ਯਾਦ ਕਰਨਾ। ਕਿਉਂ? ਬਾਰ-ਬਾਰ ਸ਼ਬਦ ਯਾਦ ਕਰਨ ਨਾਲ ਕਿਤੇ ਸੁਰਤ ਸ਼ਬਦ ਦੇ ਵਿੱਚ ਜੁੜ ਜਾਏ, ਕਿਤੇ ਜਿਹੜੀ ਗੱਲ ਗੁਰਬਾਣੀ ਦੱਸਦੀ ਹੈ ਉਹਦੇ ਵਿੱਚ ਚਲਾ ਜਾਏ, ਮਨ ਸਮਝ ਵਿੱਚ ਆ ਜਾਏ। ਜਦੋਂ ਸਮਝ ਵਿੱਚ ਆ ਗਈ ਆਨੰਦ ਆ ਜਾਏਗਾ, ਉਦੋਂ ਹੀ ਆਨੰਦ ਪ੍ਰਗਟ ਹੋ ਜਾਏਗਾ ਮਨੁੱਖ ਦੇ ਅੰਦਰ। ਹੁਣ ਕਈ ਵਾਰੀ ਅਸੀਂ ਇਹ ਵੇਖਦੇ ਹਾਂ, ਕਈ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਦਿਲ ਨਹੀਂ ਲੱਗਦਾ। ਕਾਰਨ ਕੀ ਹੈ? ਕਿਉਂਕਿ ਜਿਹੜੀ ਚੀਜ਼ ਪੜ੍ਹਾਈ ਜਾ ਰਹੀ ਹੈ ਮਨੁੱਖ, ਉਹ ਬੱਚੇ ਦੀ ਬੁੱਧੀ ਉਨੀ ਨਹੀਂ ਉਹ ਚੀਜ਼ ਨੂੰ ਸਮਝ ਸਕੇ। ਕਾਰਨ ਇਹ ਹੈ, ਉਹ ਬੱਚੇ ਦਾ ਮਨ ਖਿੰਡਿਆ ਹੋਇਆ ਹੈ ਜਾਂ ਤਾਂ ਕਿਸੇ ਹੋਰ ਚੀਜ਼ ਵਿੱਚ ਹੈ। ਹੁਣ ਜਿਹੜੀ ਚੀਜ਼ ਦੇ ਵਿੱਚ ਉਹਦਾ ਮਨ ਹੈ ਉਸ ਚੀਜ਼ ਨੂੰ ਜ਼ਿਆਦਾ ਯਾਦ ਵੀ ਕਰੇਗਾ, ਜ਼ਿਆਦਾ ਪੜ੍ਹਾਈ ਵੀ ਕਰੇਗਾ, ਜ਼ਿਆਦਾ ਯਾਦ ਕਰਦਾ। ਵੇਖ ਲਵੋ, ਹਰੇਕ ਕਿਸੇ ਨੂੰ ਫਿਲਮੀ ਗੀਤ ਔਰ ਫਿਲਮਾਂ ਹੁੰਦੀਆਂ ਨੇ, ਨਾਟਕ ਚੇਟਕ ਹੁੰਦੇ ਨੇ, ਇਹ ਸਾਰੇ ਯਾਦ ਹੁੰਦੇ ਨੇ, 3-3 ਘੰਟੇ ਦੀਆਂ ਸਟੋਰੀਆਂ। ਕਾਰਨ ਕੀ ਹੈ? ਉਹਦੇ ਵਿੱਚ ਮਨੁੱਖ ਦੀ ਰੁਚੀ ਹੈ। ਜਿਹੜੀ ਚੀਜ਼ ਦੇ ਵਿੱਚ ਰੁਚੀ ਹੈ ਉਹ ਵੈਸੇ ਹੀ ਯਾਦ ਰਹਿੰਦੀ ਹੈ, ਜਿਹੜੀ ਚੀਜ਼ ਵਿੱਚ ਰੁਚੀ ਨਹੀਂ ਉਹ ਯਾਦ ਹੀ ਨਹੀਂ ਰਹਿੰਦੀ। ਇਸ ਕਰਕੇ ਇਹ ਨਹੀਂ ਕਿਸੇ ਮਨੁੱਖ ਦੀ ਯਾਦਾਸ਼ਤ ਕਮਜ਼ੋਰ ਹੈ, ਕਮਜ਼ੋਰ ਨਹੀਂ ਹੈ, ਰੁਚੀ ਨਹੀਂ ਹੈ। ਯਾਦਾਸ਼ਤ ਸਾਰਿਆਂ ਦੀ ਬਰਾਬਰ ਹੈ, ਯਾਦਾਸ਼ਤ ਕਮਜ਼ੋਰ ਨਹੀਂ ਹੈ, ਰੁਚੀ ਨਹੀਂ ਹੈ। ਉੱਥੇ ਜਿਹੜੀ ਚੀਜ਼ ਦੇ ਵਿੱਚ ਮਨੁੱਖ ਦੀ ਰੁਚੀ ਹੈ ਉਸੇ ਚੀਜ਼ ਨੂੰ ਮਨੁੱਖ ਬਾਰ-ਬਾਰ ਯਾਦ ਕਰਦਾ ਔਰ ਯਾਦ ਜ਼ਿਆਦਾ ਰਹਿੰਦੀ ਹੈ। ਇਸ ਕਰਕੇ ਜਦੋਂ ਮਨੁੱਖ ਦੀ ਪਰਮਾਤਮਾ ਦੇ ਵਿੱਚ ਰੁਚੀ ਲੱਗ ਜਾਂਦੀ ਹੈ, ਪਰਮਾਤਮਾ ਦੇ ਵਿੱਚ ਚਿੱਤ ਜੁੜਨ ਲੱਗ ਜਾਂਦਾ ਹੈ, ਫਿਰ ਮਨੁੱਖ ਨੂੰ ਯਾਦ ਵੀ ਰਹਿੰਦਾ ਹੈ, ਹਰੇਕ ਚੀਜ਼ ਯਾਦ ਰਹਿੰਦੀ। ਕਹਿੰਦੇ ਇੱਕ ਵਾਰ
ਗੁਰੂ ਸਾਹਿਬ ਜੀ ਦਾ ਦਰਬਾਰ ਲੱਗਿਆ ਤੇ ਭਾਈ ਸੁਥਰਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਹੋਏ ਨੇ। ਉਹਨਾਂ ਦਾ ਪ੍ਰਚਾਰ ਕਰਨ ਦਾ ਢੰਗ ਬੜਾ ਵਿਲੱਖਣ ਸੀ। ਜਿਵੇਂ ਆਪਾਂ ਬੋਲ ਕੇ ਕਰਦੇ ਹਾਂ, ਹੋਰ ਆਪਣੇ ਪ੍ਰੈਕਟੀਕਲ ਤਰੀਕਿਆਂ ਨਾਲ ਪ੍ਰਚਾਰ ਕਰਿਆ ਕਰਦੇ ਸਨ। ਇੱਕ ਦਿਨ ਸੰਗਤ ਜੁੜੀ ਹੋਈ, ਮਹਾਰਾਜ ਕਥਾ ਕਰ ਰਹੇ ਨੇ, ਭਾਈ ਸੁਥਰਾ ਜੀ ਪਿੱਛੋਂ ਆਏ, ਸੰਗਤ ਨੂੰ ਗਾਲਾਂ ਕੱਢਦੇ ਨੇ ਪਿੱਛੋਂ, ਸੰਗਤ ਨੂੰ ਮੰਦਾ ਚੰਗਾ ਬੋਲ ਰਹੇ ਨੇ। ਇਧਰ ਮਹਾਰਾਜ ਕਥਾ ਕਰ ਰਹੇ ਨੇ, ਸਿੱਖ ਖੜੇ ਹੋਏ ਪਿੱਛੇ ਭੱਜ ਪਏ, ਤੂੰ ਗਾਲਾਂ ਕਿਉਂ ਕੱਢਦਾ ਵੀ ਸੰਗਤ ਨੂੰ, ਮੰਦਾ ਚੰਗਾ ਬੋਲਿਆ, ਸਾਰੇ ਪਿੱਛੇ ਪਿੱਛੇ ਭੱਜ ਗਏ। ਭਾਈ ਸੁਥਰਾ ਹੁਣ ਸੋਚਦਾ ਵੀ ਜੇ ਮੈਂ ਹੁਣ ਗਿਆ ਨਾ ਜਾਂਦਿਆਂ ਫੜ ਲੈਣਾ। ਉਹ 10-15 ਦਿਨ ਸੰਗਤ 'ਚ ਹੀ ਨਾ ਆਏ। 15 ਦਿਨਾਂ ਬਾਅਦ ਸੰਗਤ 'ਚ ਆਏ। ਹੁਣ ਜਿਹੜੇ ਪਿੱਛੇ ਲੱਗੇ ਸੀ ਉਹਨਾਂ ਤੇ ਰੜਕ ਵਿੱਚ ਸੀ ਵੀ ਜਦੋਂ ਵੀ ਆਏਗਾ ਉਦੋਂ ਹੀ ਫੜ ਲੈਣਾ। ਗੁਰੂ ਸਾਹਿਬ ਦੇ ਸਾਹਮਣੇ ਚਲੇ ਗਏ। ਮਹਾਰਾਜ ਕਹਿੰਦੇ ਸੁਥਰਾ ਭਾਈ ਬਾਕੀ ਗੱਲਾਂ ਤੇ ਠੀਕ ਹੈ, ਤੈਨੂੰ ਮਾੜਾ ਨਹੀਂ ਸੀ ਬੋਲਣਾ ਚਾਹੀਦਾ, ਗਾਲਾਂ ਨਹੀਂ ਸੀ ਕੱਢਣੀਆਂ ਚਾਹੀਦੀਆਂ। ਕਹਿੰਦਾ ਮਹਾਰਾਜ ਮੈਂ ਤੇ ਨਹੀਂ ਕੱਢੀਆਂ ਗਾਲਾਂ, ਸੱਚੇ ਪਾਤਸ਼ਾਹ ਮੈਂ ਕੋਈ ਗੱਲ ਨਹੀਂ ਕੱਢੀ, ਕਿ ਝੂਠ ਬੋਲਦੇ ਨੇ। ਕਹਿੰਦੇ ਹਾਂ ਬਈ ਸਿੱਖੋ। ਕਹਿੰਦੇ ਮਹਾਰਾਜ ਕੱਢੀਆਂ ਨੇ। ਕਹਿੰਦੇ ਮਹਾਰਾਜ ਸੁਥਰਾ ਕਹਿੰਦਾ ਮਹਾਰਾਜ ਮੇਰਾ ਤੇ ਚੇਤਾ ਥੋੜਾ ਕਮਜ਼ੋਰ ਹੈ, ਇਹਨਾਂ ਨੂੰ ਪੁੱਛੋ ਵੀ ਗਾਲਾਂ ਕਿਹੜੀਆਂ ਕਿਹੜੀਆਂ ਕੱਢੀਆਂ ਨੇ। ਉਹ ਸਾਰੀਆਂ ਗਾਲਾਂ ਗੁਰੂ ਸਾਹਿਬ ਨੂੰ, ਮਹਾਰਾਜ ਆਹ ਵੀ ਕੱਢੀ ਹੈ, ਆਹ ਵੀ ਕਹਿੰਦੇ ਆਹ ਵੀ ਮਾੜਾ ਕਿਹਾ, ਸਾਰਾ ਕੁਝ ਹੀ ਸੁਣਾਤਾ। ਕਹਿੰਦਾ ਮਹਾਰਾਜ ਮੇਰਾ ਚੇਤਾ ਹਜੇ ਵੀ ਕਮਜ਼ੋਰ ਹੈ, ਮੈਨੂੰ ਇਹ ਵੀ ਦੱਸੋ ਵੀ ਉਦੋਂ ਤੁਸੀਂ ਕਥਾ 'ਚ ਕਿਹੜਾ ਸ਼ਬਦ ਸੁਣਾ ਰਹੇ ਸੀ, ਵਿਆਖਿਆ ਕਿਹੜੀ ਕਰ ਰਹੇ ਸੀ ਉਦੋਂ। ਕਹਿੰਦੇ ਦੱਸੋ ਭਾਈ ਸਿੱਖੋ ਕੀ ਕਰ ਰਹੇ ਸੀ ਅਸੀਂ ਉਦੋਂ। ਸਾਰੇ ਕਹਿੰਦੇ ਮਹਾਰਾਜ ਉਹ ਤੇ ਸਾਨੂੰ ਯਾਦ ਨਹੀਂ ਹੈ। ਭਾਈ ਸੁਥਰਾ ਕਹਿੰਦਾ ਮਹਾਰਾਜ ਮੈਂ ਇਹਨਾਂ ਨੂੰ ਉਹੀ ਚੀਜ਼ ਸੁਣਾਈ ਹੈ ਜਿਹੜੀ ਇਹ ਸੁਣਨ ਆਉਂਦੇ ਨੇ। ਇਹ ਕਥਾ ਸੁਣਨ ਹੀ ਨਹੀਂ ਆਉਂਦੇ ਤਾਂ ਹੀ ਮੈਂ ਸੁਣਾਈ ਨਹੀਂ, ਮੈਂ ਗਾਲਾਂ ਤਾਂ ਹੀ ਕੱਢੀਆਂ ਨੇ। ਇਹ ਕਥਾ ਨਹੀਂ ਸੁਣਨ ਆਉਂਦੇ ਤੁਹਾਡੀ, ਮੇਰੀ ਗਾਲਾਂ ਸੁਣਨ ਆਉਂਦੇ ਨੇ ਤਾਂ ਹੀ ਤੇ ਇਹਨਾਂ ਨੂੰ ਯਾਦ ਨੇ। ਇਹਨਾਂ ਦੀ ਰੁਚੀ ਗਾਲਾਂ 'ਚ ਹੈ ਮਹਾਰਾਜ, ਸ਼ਬਦਾਂ 'ਚ ਨਹੀਂ ਹੈ। ਸਾਰੇ ਝੂਠੇ ਪੈ ਗਏ। ਭਾਈ ਸੁਥਰੇ ਦਾ ਪ੍ਰਚਾਰ ਕਰਨ ਦਾ ਢੰਗ ਹੀ ਬੜਾ ਵਿਲੱਖਣ ਸੀ। ਸਾਧ ਸੰਗਤ ਜਿਹੜੀ ਚੀਜ਼ ਦੇ ਵਿੱਚ ਮਨੁੱਖ ਨੂੰ ਰੁਚੀ ਹੈ ਉਹ ਸਾਰੀਆਂ ਯਾਦ ਨੇ। ਮਨੁੱਖ ਦੀ ਰੁਚੀ ਅਵਗੁਣ ਇਕੱਠੇ ਕਰਨ 'ਚ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਇੱਕ ਗਵਾਂਢੀ ਦੇ ਸਾਰੇ ਅਵਗੁਣ ਯਾਦ ਹੁੰਦੇ ਨੇ ਮਨੁੱਖ ਨੂੰ, ਰੁਚੀ ਹੈ ਅਵਗੁਣਾਂ 'ਚ। ਆ ਤਰੌੜੀ ਸ਼ਹਿਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ ਹਰੇਕ ਮਨੁੱਖ ਨੂੰ ਯਾਦ ਨੇ, ਕਿਉਂਕਿ ਕਮੀਆਂ ਦੇ ਵਿੱਚ ਦਿਲ ਜੁੜਿਆ ਹੈ। ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਦੇ ਵਿੱਚ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਸਾਰੀਆਂ ਹੀ ਯਾਦ ਨੇ, ਗੁਣ ਯਾਦ ਨਹੀਂ ਹਨ। ਕਿਸੇ ਨੂੰ ਪੁੱਛਿਆ ਜਾਏ ਤੇਰੇ ਪੜੋਸੀ ਵਿੱਚ ਕਿਹੜੇ ਗੁਣ ਨੇ, ਨਹੀਂ ਯਾਦ, ਕਿਉਂਕਿ ਆਦਤ ਨਹੀਂ ਹੈ ਨਾ ਗੁਣਾਂ ਦੀ। ਇਸ ਕਰਕੇ ਮੈਂ ਫਿਰ ਬੇਨਤੀ ਕਰਦਿਆਂ, ਐਸੀ ਗੱਲ ਨਹੀਂ ਹੈ ਮਨੁੱਖ ਦਾ ਕੋਈ ਦਿਮਾਗ ਘੱਟ ਹੈ ਜਾਂ ਮੈਮਰੀ ਘੱਟ ਹੈ, ਐਸਾ ਨਹੀਂ ਹੈ। ਜਿਹੜੀ ਚੀਜ਼ ਵਿੱਚ ਰੁਚੀ ਹੈ ਉਹ ਯਾਦ ਹੈ ਮਨੁੱਖ ਨੂੰ। ਇੱਕ ਪਤੀ ਤੇ ਪਤਨੀ ਹੁੰਦੇ ਨੇ, 10 ਸਾਲ ਇਕੱਠੇ ਰਹਿੰਦੇ ਨੇ, 10 ਸਾਲਾਂ ਬਾਅਦ ਰੱਬ ਨਾ ਕਰੇ ਕਿਤੇ ਡਿਵੋਰਸ ਹੋ ਜਾਏ, 10 ਸਾਲਾਂ ਦੀਆਂ ਜਿੰਨੀਆਂ ਉਹਨੇ ਗਲਤੀਆਂ ਕੀਤੀਆਂ ਨੇ 10 ਸਾਲਾਂ ਦੀਆਂ ਸਾਰੀਆਂ ਗਿਣਾ ਦਿੰਦੇ ਨੇ। ਪਤੀ ਵੀ ਗਿਣਾ ਦਿੰਦਾ, ਪਤਨੀ ਵੀ ਗਿਣਾ ਦਿੰਦੀ। ਕਿੱਡੀ ਵੱਡੀ ਮੈਮਰੀ ਹੈ। 10 ਸਾਲ ਦੀਆਂ ਇੱਕ ਇੱਕ ਦਿਨ ਦੀ ਇੱਕ ਇੱਕ ਗੱਲ, ਫਲਾਣਾ ਦੁਸ਼ਹਿਰਾ ਸੀ ਉਦੋਂ, ਉਦਣ ਦੀਵਾਲੀ ਸੀ, ਉਦਣ ਇਹ ਸੀ, 2021 'ਚ ਇਹ ਸੀ, ਉਦਣ ਤਰੀਕ ਆ ਸੀ, ਸਮਾਂ ਆ ਸੀ, ਹਰੇਕ ਚੀਜ਼ ਹੀ ਯਾਦ ਹੈ। ਕਾਰਨ ਕੀ ਹੈ? ਰੁਚੀ ਹੈ। ਗੁਣਾਂ ਦੇ ਵਿੱਚ ਰੁਚੀ ਨਹੀਂ, ਉਹਨੇ ਪਰਉਪਕਾਰ ਕੀਤੇ ਨਹੀਂ ਰੁਚੀ। ਇਸ ਕਰਕੇ ਜਿਹੜੀ ਚੀਜ਼ ਵਿੱਚ ਮਨੁੱਖ ਦੀ ਰੁਚੀ ਹੋ ਜਾਂਦੀ ਹੈ, ਮਨੁੱਖ ਉਹਦਾ ਫਿਰ ਹੌਲੀ ਹੌਲੀ ਆਦੀ ਹੋ ਜਾਂਦਾ ਹੈ। ਜਿਵੇਂ ਇਸ ਕਰਕੇ ਮਨੁੱਖ ਹੌਲੀ ਹੌਲੀ ਨਸ਼ੇ ਵਿੱਚ ਲੱਗਿਆ, ਨਸ਼ੇ ਦਾ ਆਦੀ ਹੋ ਗਿਆ। ਕਈ ਸਤ ਸੰਗਤ ਵਿੱਚ ਆਉਂਦੇ ਨੇ, ਹੌਲੀ ਹੌਲੀ ਗੁਣਾਂ ਨੂੰ ਇਕੱਠਾ ਕਰਦੇ ਨੇ, ਹੌਲੀ ਹੌਲੀ ਗੁਣਾਂ ਦੇ ਆਦੀ ਹੋ ਜਾਂਦੇ ਨੇ। ਗੁਰੂ ਸਾਹਿਬ ਦੇ ਹੁਕਮਨਾਮੇ ਸੁਣਦੇ ਨੇ, 4-4 ਦਿਨਾਂ ਦੇ ਵੀ ਯਾਦ ਹੁੰਦੇ ਨੇ। ਕੱਲ ਇਹ ਹੁਕਮਨਾਮਾ ਆਇਆ ਸੀ, ਪਰਸੋਂ ਆਹ ਆਇਆ ਸੀ, ਹਰ ਚੀਜ਼ ਯਾਦ ਹੈ। ਪਰ ਸਾਧ ਸੰਗਤ ਇੱਕ ਤੇ ਇਹ ਗੱਲ ਹੈ ਰੁਚੀ ਹੋਏ, ਦੂਜੀ ਮਨੁੱਖ ਨੂੰ ਉਹ ਚੀਜ਼ ਵੀ ਯਾਦ ਰਹਿੰਦੀ ਹੈ ਜਿਹੜੀ ਕੀਮਤੀ ਹੋਏ। ਇਹ ਵੀ ਗੱਲ ਹੈ। ਵੈਸੇ ਰੁਚੀ ਉਹਦੇ ਵਿੱਚ ਹੀ ਹੁੰਦੀ ਹੈ ਜਿਹੜੀ ਕੀਮਤੀ ਹੋਏ। ਜਿਹੜੀ ਚੀਜ਼ ਕੀਮਤੀ ਉਹਦੇ ਵਿੱਚ ਰੁਚੀ ਆਪਣੇ ਆਪ ਹੀ ਹੁੰਦੀ ਹੈ। ਕਿਤੇ ਕੋਈ ਸੋਨੇ ਦੀ ਚੀਜ਼ ਮਹਿੰਗੀ ਧਰੀ ਹੋਏ ਘਰ ਦੇ ਵਿੱਚ, 20 ਸਾਲ ਬਾਅਦ ਵੀ ਆਏਗਾ, ਨਹੀਂ ਭੁੱਲਦਾ। ਕਹਿੰਦੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਦੋਂ ਬਟਵਾਰਾ ਹੋਇਆ, ਲੋਕੀ ਧਰਤੀ ਦੇ ਵਿੱਚ ਧਨ ਗੱਡ ਗਏ। ਇੱਥੇ 10 ਸਾਲਾਂ ਬਾਅਦ ਆਏ, ਉਹਨਾਂ ਨੂੰ ਉਹ ਤਰੀਕਾਂ, ਉਹ ਥਾਂ ਵੀ ਯਾਦ ਸਨ ਕਿੱਥੇ ਕਿੱਥੇ ਦੱਬਿਆ ਸੀ।
ਭਾਵੇਂ ਉਸ ਸਮੇਂ ਦੇ ਧਾਰਮਿਕ ਸਥਾਨ ਬੇਸ਼ੱਕ ਨਾ ਯਾਦ ਹੋਣ, ਕੀਮਤੀ ਚੀਜ਼ਾਂ ਵੀ ਮਨੁੱਖ ਨੂੰ ਯਾਦ ਹੁੰਦੀਆਂ ਨੇ। ਸੋ ਇਸ ਕਰਕੇ ਮਨੁੱਖ ਹੌਲੀ ਹੌਲੀ ਸੰਗਤ ਦੇ ਵਿੱਚ ਆਉਂਦਿਆਂ ਆਉਂਦਿਆਂ ਰੰਗ ਲਾਗਤ 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 ਹੈ। ਰੰਗ ਲੱਗਦਿਆਂ ਹੌਲੀ ਹੌਲੀ ਪਹਿਲਾਂ ਸੰਸਕਾਰ ਬਣਨਗੇ, ਸੰਸਕਾਰ ਬਣਦਿਆਂ ਗੁਰੂ ਦੀ ਆਦਤ ਪੈ ਜਾਏਗੀ, ਵਿਚਾਰ ਸਮਝ ਆਉਣ ਲੱਗ ਜਾਣਗੇ। ਫਿਰ ਜਦੋਂ ਸਮਝ ਆਉਣ ਲੱਗ ਗਈ ਫਿਰ ਆਨੰਦ ਬਣਨਾ ਸ਼ੁਰੂ ਹੋ ਜਾਏਗਾ, ਅੰਦਰ ਆਤਮਾ ਖਿੜਨੀ ਹੋ ਜਾਏਗੀ, ਭਰਮ ਭਜਣੇ ਸ਼ੁਰੂ ਹੋ ਜਾਣਗੇ, ਭਰਮ ਭੱਜ ਜਾਣਗੇ। ਫਿਰ ਮਨੁੱਖ ਨੂੰ ਘੱਟੋ ਘੱਟ ਜ਼ਿਆਦਾ ਨਹੀਂ 5 ਘੰਟੇ ਵੀ ਸਤ ਸੰਗਤ ਸੁਣਾਵਾਂਗੇ, ਉਹਦਾ ਦਿਲ ਨਹੀਂ ਅੱਕੇਗਾ। ਭਾਵੇਂ 10 ਘੰਟੇ ਸਤ ਸੰਗਤ ਚੱਲਦੀ ਰਹੇ, ਨਹੀਂ ਦਿਲ ਅੱਕਣਾ। ਵੈਸੇ ਦਿਲ ਅੱਕ ਜਾਂਦਾ ਹੈ, 15 ਮਿੰਟ ਸੁਣਿਆ, 20 ਮਿੰਟ ਸੁਣਿਆ, 25 ਮਿੰਟ ਸੁਣਿਆ, ਐਸਾ ਹੁੰਦਾ ਹੈ। ਸੋ ਆਪਾਂ ਕੱਲ੍ਹ ਤੋਂ ਜੋ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣ ਰਹੇ ਹਾਂ, ਕਿਵੇਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਹੋ ਰਹੀ ਹੈ, ਉਹ ਇਤਿਹਾਸ ਸ਼ਰਵਣ ਕਰ ਰਹੇ ਹਾਂ। ਆਓ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੁਰੂ ਰਾਮਦਾਸ ਜੀ ਗਏ ਨੇ, ਸਾਰੀ ਜਿੰਨੀ ਕਾਰਗੁਜ਼ਾਰੀ ਕੀਤੀ ਹੈ ਦੱਸ ਰਹੇ ਨੇ। ਬੜੇ ਪ੍ਰੇਮ ਸਤਿਕਾਰ ਨਾਲ ਇਤਿਹਾਸ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਸ ਬਾਸੁਰ ਮਹਿ ਬੈਸਹਿ ਥੋਰਾ, ਖਰੇ ਰਹਿ ਸਤਿਗੁਰ ਤਪ ਘੋਰਾ। ਗੁਰੂ ਮਹਾਰਾਜ ਜੀ ਦਿਨ ਰਾਤ, ਗੁਰੂ ਅਮਰਦਾਸ ਜੀ ਥੋੜਾ ਬਹਿੰਦੇ ਸਨ, ਕਿਉਂਕਿ ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਖਾਣਾ ਵੀ ਥੋੜਾ ਹੁੰਦਾ ਹੈ, ਸੋਣਾ ਵੀ ਥੋੜਾ ਹੁੰਦਾ। ਜਿਹਨੂੰ ਮਹਾਰਾਜ ਨੇ ਅਲਪ ਆਹਾਰੰ ਕਿਹਾ, ਖੰਡਿਤ ਨਿੰਦਰਾ ਅਲਪ ਆਹਾਰੰ। ਸਿੱਧ ਗੋਸ਼ਟ ਦੀ ਬਾਣੀ ਚ ਮਹਾਰਾਜ ਨੇ ਇਹ ਵੀ ਫਾਰਮੂਲਾ ਦੱਸਿਆ। ਬੰਦਗੀ ਕਰਨ ਵਾਲੇ ਨੂੰ ਖਾਣਾ ਘੱਟ ਚਾਹੀਦਾ ਹੈ, ਖੰਡਿਤ ਨਿੰਦਰਾ। ਸੋਣਾ ਉਦੋਂ ਚਾਹੀਦਾ ਜਦੋਂ ਨਿੰਦਰ ਪੂਰਾ ਜ਼ੋਰ ਕਰੇ, ਕਾਫਲ ਹੋ ਕੇ ਨਾ ਸੋਏ। ਜਦੋਂ ਨਿੰਦਰ ਜ਼ੋਰ ਕਰ ਗਈ ਉਦੋਂ ਸੋਣਾ। ਗੁਰੂ ਅਮਰਦਾਸ ਮਹਾਰਾਜ ਦਿਨ ਰਾਤ ਵਿੱਚ ਥੋੜਾ ਹੀ ਸੌਂਦੇ ਨੇ ਤੇ ਖੜੇ ਹੋ ਕੇ ਘੋਰ ਤਪ ਕਰਦੇ ਹਨ। ਨਰਨ ਅਨੇਕਣ ਦੈ ਉਪਦੇਸ਼, ਨਿਜ ਦਾਸਨ ਕੇ ਕਟਹਿ ਕਲੇਸ਼। ਅਨੇਕਾਂ ਹੀ ਮਨੁੱਖ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ, ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਜਿਹੜੇ ਵੀ ਉਪਦੇਸ਼ ਸਿੱਖ ਲੈ ਰਹੇ ਨੇ, ਉਪਦੇਸ਼ ਲੈ ਕੇ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਦੇ ਨੇ, ਉਸ ਰਾਹ ਤੇ ਤੁਰ ਪੈਂਦੇ ਨੇ, ਉਹਨਾਂ ਦੇ ਕਲ ਕਲੇਸ਼ ਕੱਟੇ ਜਾਂਦੇ ਹਨ। ਏ ਰਹਿ ਸੇਵਾ ਸੇਵਕ ਕਰੀ, ਬਖਸ਼ਹਿ ਪਦਵੀ ਊਚ ਵਡੇਰੀ। ਆਪਣੇ ਸੇਵਕਾਂ ਦੀ ਸੇਵਾ ਵਹਿੰਦੇ ਹਨ। ਜਿਹੜੇ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਬੜੀ ਉੱਚੀ ਪਦਵੀਆਂ ਬਖਸ਼ਦੇ ਹਨ। ਦੇਸ ਵਿਦੇਸਣ ਸੰਗਤ ਆਵਹਿ, ਦਰਸ਼ਨ ਪਰਸਹਿ ਨਰ ਹਰਿ ਕਾਮਹਿ। ਹੁਣ ਜਿਨ੍ਹਾਂ ਮਨੁੱਖਾਂ ਨੂੰ ਚੇਟਕ ਲੱਗੀ ਹੋਈ ਹੈ ਅਭਿਆਸ ਦੀ, ਸੰਗਤ ਦੀ, ਉਹ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਚੱਲ ਕੇ ਗੁਰੂ ਜੀ ਦੇ ਕੋਲ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਜਿਹੜੇ ਨਿਰਮਲ ਉਪਦੇਸ਼ ਦਿੰਦੇ ਨੇ ਪਰਮੇਸ਼ਰ ਦੇ ਨਾਲ ਜੁੜਨ ਦੇ। ਕਿਉਂਕਿ ਸਾਧ ਸੰਗਤ ਇਹ ਜਿਹੜੀ ਜ਼ਿੰਦਗੀ ਹੈ ਮਨੁੱਖ ਦੀ, ਇਹ ਜ਼ਿੰਦਗੀ ਹਰੇਕ ਮਨੁੱਖ ਕੋਲ ਦੁੱਖ ਹੈ, ਇਹਨੂੰ ਮੰਨਣਾ ਪਏਗਾ ਕਿਉਂਕਿ ਜੀਵਨ ਹੀ ਦੁੱਖ ਹੈ। ਹਰੇਕ ਮਨੁੱਖ ਦੁੱਖ ਦੇ ਵਿੱਚ ਜੀ ਰਿਹਾ ਹੈ। ਔਰ ਐਸੀ ਗੱਲ ਨਹੀਂ, ਹਰੇਕ ਮਨੁੱਖ ਦੁੱਖ ਦੂਰ ਕਰਨ ਦਾ ਯਤਨ ਵੀ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ, ਉਹਦੇ ਯਤਨ ਦੂਰ ਕਰਨ ਦੇ ਜਿਹੜੇ ਵਸੀਲੇ ਨੇ ਉਹ ਗਲਤ ਵੀ ਹੋ ਸਕਦੇ ਨੇ ਜੇ ਗੁਰੂ ਤੋਂ ਨਹੀਂ ਪੁੱਛਿਆ। ਇਸ ਕਰਕੇ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਜਿਹਨੂੰ ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਬਾਣੀ ਮਨੁੱਖ ਦੇ ਦੁੱਖ ਦੂਰ ਕਰਨ ਦੇ ਵਸੀਲੇ ਦੱਸਦੀ ਹੈ। ਇਹ ਤੇ ਪੱਕੀ ਗੱਲ ਹੈ, ਹਰੇਕ ਮਨੁੱਖ ਦੁਖੀ ਹੈ। ਜਿੱਥੇ ਵੀ ਅਸੀਂ ਵੇਖੋਗੇ, ਫਰੀਦ ਸਾਹਿਬ ਤੇ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ। ਮਨੁੱਖ ਤੇ ਇਹ ਸੋਚਦਾ ਸੀ ਮੈਂ ਹੀ ਦੁਖੀ ਹਾਂ, ਪਰ ਕਹਿੰਦੇ ਐਵੇਂ ਨਾ ਸੋਚ, ਦੁੱਖ ਸਬਾਇਆ ਜਗ, ਹਰੇਕ ਮਨੁੱਖ ਹੀ ਦੁਖੀ ਹੈ। ਉਹ ਵੱਖਰੀ ਗੱਲ ਹੈ, ਕਿਸੇ ਨੂੰ ਮਾਇਆ ਦਾ ਦੁੱਖ ਹੈ, ਪਦਾਰਥ ਨਹੀਂ ਹਨ ਇਹ ਦੁਖੀ ਹੈ, ਕਿਸੇ ਕੋਲ ਰੋਟੀ ਨਹੀਂ ਇਹ ਦੁਖੀ ਹੈ,
ਕਿਸੇ ਕੋਲ ਰੋਟੀ ਜ਼ਿਆਦਾ ਹੈ ਉਹਨੂੰ ਹੋਰ ਚਿੰਤਾ ਹੈ। ਕਈ ਪ੍ਰਕਾਰ ਦੇ ਦੁੱਖ ਨੇ। ਦੁਖੀ ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਅਗਨੀ ਹੈ। ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਕੋਈ ਨਾ ਕੋਈ ਜਵਾਲਾ ਭੜਕ ਰਹੀ ਹੈ। ਦੁਖੀ ਤੇ ਹੈ, ਪਰ ਇਸ ਨੂੰ ਆਪਣੇ ਦੁੱਖ ਦੂਰ ਕਰਨ ਦੇ ਯਤਨ ਕੀ ਕਰਦਾ ਹੈ? ਮਨੁੱਖ ਸੋਚਦਾ ਮੈਂ ਦੁਖੀ ਤਾਂ ਹਾਂ ਸ਼ਾਇਦ ਮੇਰੇ ਕੋਲੋਂ ਦੂਜੇ ਦੇ ਨਾਲੋਂ ਮਾਇਆ ਘੱਟ ਹੈ, ਪਦਾਰਥ ਘੱਟ ਨੇ ਤਾਂ ਦੁਖੀ ਹੈ। ਸ਼ਾਇਦ ਮੇਰੇ ਕੋਲ ਵਸਤਰ ਘੱਟ ਨੇ, ਜਾਂ ਦੁਨਿਆਵੀ ਸਨਮਾਨ ਘੱਟ ਹੈ, ਉਹਦਾ ਸਨਮਾਨ ਬੜਾ ਜ਼ਿਆਦਾ ਹੈ। ਪਰ ਐਸਾ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਸੋਚ ਤੇ ਰਿਹਾ, ਪਰ ਇਹ ਠੀਕ ਨਹੀਂ ਹੈ ਸੋਚਣਾ। ਮਹਾਰਾਜ ਨੇ ਸਾਰਿਆਂ ਦੇ ਦੁਖੀ ਹੋਣ ਦਾ ਇੱਕੋ ਹੀ ਕਾਰਨ ਦੱਸਿਆ, ਭਾਵੇਂ ਉਹ ਹਿੰਦੂ ਹੈ, ਮੁਸਲਮਾਨ, ਸਿੱਖ, ਈਸਾਈ, ਕੋਈ ਹੈ। ਹਰੇਕ ਮਨੁੱਖ ਦੇ ਦੁਖੀ ਹੋਣ ਦਾ ਇੱਕੋ ਹੀ ਕਾਰਨ ਹੈ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਮਨੁੱਖ ਦੁਖੀ ਤਾਂ ਹੈ, ਇਹ ਪਰਮੇਸ਼ਰ ਨੂੰ ਭੁੱਲਿਆ ਹੋਇਆ। ਇਹ ਵੈਸੇ ਬੜੀ ਗੰਭੀਰ ਗੱਲ ਹੈ, ਇੰਨੀ ਛੇਤੀ ਸਮਝ ਆਉਣ ਵਾਲੀ ਨਹੀਂ। ਇਹ ਉਦੋਂ ਸਮਝ ਆਏਗੀ ਜਦੋਂ ਸਾਰੇ ਵਸੀਲੇ ਖਤਮ ਹੋ ਜਾਣਗੇ। ਸਾਰੇ ਬੰਨਿਆਂ ਤੋਂ ਜਦੋਂ ਮਨੁੱਖ ਨੂੰ ਜਵਾਬ ਮਿਲੇਗਾ ਨਾ, ਉਸ ਦਿਨ ਇਹ ਸਮਝ ਆਉਣੀ ਹੈ ਸ਼ਾਇਦ ਮੇਰੇ ਦੁਖੀ ਹੋਣ ਦਾ ਕਾਰਨ ਇਹ ਹੈ। ਹਜੇ ਮਨੁੱਖ ਆਪਣੇ ਦੁਖੀ ਹੋਣ ਦਾ ਕਾਰਨ ਕੁਝ ਹੋਰ ਸਮਝੀ ਬੈਠਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਹੇ ਮਨੁੱਖ ਤੇਰੇ ਦੁਖੀ ਹੋਣ ਦਾ ਕਾਰਨ ਕੁਝ ਹੋਰ ਹੈ। ਜਦੋਂ ਕਾਰਨ ਹੀ ਕੁਝ ਹੋਰ ਹੈ, ਮਨੁੱਖ ਯਤਨ ਕੁਝ ਹੋਰ ਕਰੀ ਜਾਂਦਾ ਹੈ, ਫਿਰ ਸੁੱਖ ਤੇ ਕਦੇ ਵੀ ਨਹੀਂ ਆਉਣਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੜੇ ਦੂਰ ਦੂਰ ਤੋਂ ਸਿੱਖ ਆਉਂਦੇ ਨੇ। ਉਹ ਕਾਹਦੇ ਲਈ? ਗੁਰੂ ਸਾਹਿਬ ਜੀ ਦੇ ਜਿਹੜੇ ਨਿਰਮਲ ਉਪਦੇਸ਼ ਨੇ, ਜਿਹੜੇ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਪੂਰੀ ਦੀ ਪੂਰੀ ਤਸਵੀਰ ਖੜੀ ਕਰਦੇ ਨੇ। ਮਨੁੱਖ ਦੀ, ਮਨੁੱਖ ਨੂੰ ਇੱਕ ਲਾਈਨ ਵਿੱਚ ਲੈ ਕੇ ਜਾਂਦੇ ਨੇ, ਮਨੁੱਖ ਦੇ ਦੁੱਖਾਂ ਨੂੰ ਦੂਰ ਕਰਦੇ ਨੇ, ਮਨੁੱਖ ਦੀ ਪਰੇਸ਼ਾਨੀਆਂ ਨੂੰ ਦੂਰ ਕਰਦੇ ਹਨ। ਐਸੇ ਉਪਦੇਸ਼ ਗੁਰੂ ਜੀ ਦਿੰਦੇ ਹਨ। ਸੇਵਾ ਹਿਤ ਅਨੇਕ ਢਿਗ ਰਹਿ, ਮਨ ਬਚ ਕਰਮ ਉਪਾਸਤ ਅਹੈ। ਅਨੇਕਾਂ ਹੀ ਸਿੱਖ ਗੁਰੂ ਜੀ ਦੇ ਕੋਲ ਰਹਿੰਦੇ ਨੇ, ਸੇਵਾ ਕਰਦੇ ਨੇ, ਮਨ ਕਰਕੇ, ਵਚਨਾਂ ਕਰਕੇ ਤੇ ਕਰਮਾਂ ਕਰਕੇ। ਮਨ ਵੀ ਉੱਥੇ, ਵਚਨਾਂ ਕਰਕੇ ਵੀ ਅਤੇ ਕਰਮਾਂ ਕਰਕੇ ਵੀ ਗੁਰੂ ਸਾਹਿਬ ਜੀ ਦੇ ਦਰ ਤੇ ਸੇਵਾ ਕਰਦੇ ਹਨ। ਹਿਰਦਾ ਸੁਧ ਹੋਵੇ ਤਿਨ ਕੇਰ, ਗਿਆਨ ਪਾਏ ਭੇ ਮੁਕਤ ਕਨੇਰ। ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਿਵੇਂ ਜਿਵੇਂ ਉਪਦੇਸ਼ ਸੁਣਦੇ ਨੇ ਤੇ ਅੰਦਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਜਿਵੇਂ ਮਨੁੱਖ ਦੇ ਭਰਮ ਕੱਟੇ ਗਏ, ਜਿਵੇਂ ਭਰਮ ਦੂਰ ਹੋਇਆ, ਗਿਆਨ ਆ ਗਿਆ। ਮਤਲਬ ਮਨੁੱਖ ਇੱਕ ਸਾਹਮਣੇ ਬੋਤਲ ਪਈ ਹੈ, ਉਸ ਦੇ ਵਿੱਚ ਉਹਨੇ ਕਾਲੇ ਰੰਗ ਦਾ ਵੇਖਿਆ, ਸੋਚਦਾ ਹੋਏਗਾ ਸ਼ਾਇਦ ਠੰਡਾ ਹੋਏ, ਸ਼ਾਇਦ ਕੋਲਡ ਡਰਿੰਕ ਹੋਏ ਇਹਦੇ ਵਿੱਚ, ਪਰ ਰੰਗ ਉਹਦਾ ਕਾਲਾ ਹੀ ਹੈ। ਉਹਨੂੰ ਭੁਲੇਖਾ ਕਿਉਂ ਪੈ ਰਿਹਾ? ਕਾਲੇ ਰੰਗ ਕਰਕੇ। ਪਰ ਕਿਸੇ ਨੇ ਆ ਕੇ ਦੱਸਿਆ ਨਹੀਂ, ਇਹ ਫਰਨਾਈਲ ਹੈ। ਜਦੋਂ ਕਿਸੇ ਨੇ ਦੱਸਿਆ ਇਹ ਫਰਨੈਲ ਹੈ, ਭਰਮ ਦੂਰ ਹੋ ਗਿਆ, ਮਨੁੱਖ ਨਹੀਂ ਪੀਏਗਾ, ਦੁਖੀ ਨਹੀਂ ਹੋਏਗਾ। ਇਸ ਕਰਕੇ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਇਹੀ ਹੈ, ਭੁਲੇਖਾ, ਭਰਮ, ਅਗਿਆਨਤਾ। ਇਸ ਕਰਕੇ ਮਹਾਰਾਜ ਬਾਣੀ 'ਚ ਕਹਿੰਦੇ ਨੇ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਮੈਂ ਤੇਰੇ ਦੁਆਰੇ ਤੇ ਢਹਿ ਪਿਆ, ਮੈਨੂੰ ਵਿਵੇਕ ਦੀ ਬੁੱਧੀ ਦੇ, ਸਮਝ ਦੇ, ਮੈਂ ਸਮਝ ਸਕਾਂ ਦੁਨੀਆ ਨੂੰ। ਕਹਿੰਦੇ ਇੱਕ ਵਾਰੀ ਇੱਕ ਫਕੀਰ ਰਾਜੇ ਦੀ ਸਰਾਂ ਦੇ ਵਿੱਚ ਗਿਆ। ਰਾਜੇ ਨੇ ਉਹਨੂੰ ਸਰਾਂ ਵਿੱਚ ਕਮਰਾ ਦੇ ਦਿੱਤਾ। ਸਰਾਂ ਵਿੱਚ ਕਮਰਾ ਲੈ ਕੇ ਸਵੇਰੇ ਰਾਜੇ ਨੂੰ ਮਿਲਿਆ। ਰਾਜਾ ਉਹਨੂੰ ਪੁੱਛਦਾ, ਫਕੀਰ ਜੀ ਰਾਤ ਕਿਵੇਂ ਨਿਕਲੀ ਹੈ? ਉਹ ਕਹਿੰਦਾ ਅੱਧੀ ਤੇ ਤੇਰੇ ਜਿਹੋ ਜੀ ਸੀ, ਅੱਧੀ ਤੇਰੇ ਨਾਲੋਂ ਵਧੀਆ। ਰਾਜਾ ਹੈਰਾਨ ਹੋ ਗਿਆ, ਮੈਂ ਮਖਮਲੀ ਬੈਡਾਂ ਤੇ ਸੁੱਤਾ, ਇਹ ਮੇਰੀ ਸਰਾਂ 'ਚ ਸੁੱਤਾ ਹੈ, ਔਰ ਫਿਰ ਵੀ ਕਹਿੰਦਾ ਅੱਧੀ ਤੇਰੇ ਵਰਗੀ, ਅੱਧੀ ਤੇਰੇ ਤੋਂ ਵੀ ਵਧੀਆ। ਇਹ ਕਿਵੇਂ ਬਈ? ਉਹ ਕਹਿੰਦਾ ਰਾਜਾ ਅੱਧੀ ਕੁ ਰਾਤ ਤੂੰ ਵੀ ਸੁੱਤਾ ਪਿਆ ਸੀ ਤੇ ਮੈਂ ਵੀ ਸੁੱਤਾ ਪਿਆ ਸੀ, ਬਰਾਬਰ ਸੀ ਸੁੱਤਿਆਂ। ਭਾਵੇਂ ਜਦੋਂ ਮਨੁੱਖ ਸੋ ਜਾਂਦਾ ਹੈ ਨਾ, ਭਾਵੇਂ ਚੁੱਕ ਕੇ ਰੋੜਾਂ ਤੇ ਵੀ ਪਾ ਦਈਏ, ਫਿਰ ਉਹਨੂੰ ਨਿੰਦਰ 'ਚ ਨਹੀਂ ਪਤਾ ਕਿੱਥੇ ਪਿਆ ਹੈ। ਜਦੋਂ ਨਿੰਦਰ ਆ ਗਈ, ਫਿਰ ਨਿੰਦਰ ਦੇ ਨਿੰਦਰ ਜਿੱਥੇ ਮਰਜ਼ੀ ਮਨੁੱਖ ਪਿਆ, ਨਿੰਦਰ ਬਰਾਬਰ ਹੀ ਹੁੰਦੀ ਹੈ। ਉੱਥੇ ਮਖਮਲੀ ਬੈਡਾਂ ਤੇ ਵੀ ਐਸੀ ਹੈ, ਭਾਵੇਂ ਆਮ ਗੱਦਿਆਂ ਤੇ ਪਿਆ, ਉੱਥੇ ਨਿੰਦਰ ਤੇ ਨਿੰਦਰ ਹੈ। ਕਹਿੰਦੇ ਰਾਜਾ ਅੱਧੀ ਤੇ ਤੇਰੇ ਵਰਗੀ ਸੀ, ਅੱਧੀ ਤੇਰੇ ਨਾਲ ਵਧੀਆ। ਉਹ ਵਧੀਆ ਕਿਵੇਂ? ਕਹਿੰਦੇ ਵਧੀਆ ਇਸ ਕਰਕੇ ਮੈਂ ਅੱਧੀ ਕੁ ਰਾਤ ਉੱਠ ਕੇ ਰੱਬ ਦਾ ਨਾਂ ਲੈਣਾ ਸ਼ੁਰੂ ਕਰਤਾ, 12 ਵਜੇ ਮੈਂ ਉੱਠ ਪਿਆ। ਕਹਿੰਦਾ ਤੂੰ ਉਦੋਂ ਵੀ ਸੁੱਤਾ ਰਿਹਾ,
ਉਹ ਤੇਰੇ ਨਾਲੋਂ ਵਧੀਆ ਸੀ। ਉਹਦੀ ਪਹੁੰਚ ਤੇ ਤੇਰੀ ਨਿੰਦਰ ਨਹੀਂ ਪਹੁੰਚ ਸਕਦੀ। ਇਸ ਕਰਕੇ ਸਾਧ ਸੰਗਤ, ਹੋ ਸਕਦਾ ਜਿਹੜਾ ਮਨੁੱਖ ਬੰਦਗੀ ਕਰਦਾ ਹੈ, ਜਿਹੜੇ ਵੱਡੇ ਵੱਡੇ ਮਹੱਲਾਂ 'ਚ ਪਏ ਨੇ, ਉਹਨਾਂ ਨਾਲੋਂ ਵਧੀਆ ਜ਼ਿੰਦਗੀ ਗੁਜ਼ਾਰ ਰਿਹਾ। ਮਹਾਰਾਜ ਬਾਣੀ ਦੇ ਵਿੱਚ ਵੀ ਸ਼ਬਦ ਕਹਿੰਦੇ ਨੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਇੱਕ ਨਾ ਸ਼ੇਖ ਸਾਦੀ ਹੋਇਆ, ਦੁਨੀਆ ਦਾ ਬੜਾ ਵੱਡਾ ਵਿਦਵਾਨ ਹੋਇਆ। ਉਹ ਕਹਿੰਦਾ ਬਾਦਸ਼ਾਹ ਤੇ ਇੱਕ ਫਕੀਰ ਵਿੱਚ ਇੱਕ ਫਰਕ ਹੁੰਦਾ ਹੈ। ਬਾਦਸ਼ਾਹ ਅਮੀਰ ਹੁੰਦਿਆਂ ਵੀ ਫਕੀਰ ਨਾਲੋਂ ਗਰੀਬ ਹੁੰਦਾ ਹੈ। ਹੁਣ ਇੱਕ ਦੁਨਿਆਵੀ ਨਜ਼ਰ ਦੇ ਵਿੱਚ ਵੇਖੀਏ, ਰਾਜੇ ਦੇ ਕੋਲ ਤੇ ਕਿੰਨਾ ਕੁਛ ਹੈ, ਲਓ ਲਸ਼ਕਰ ਹੈ, ਕਿੰਨੀ ਸੈਨਾ ਹੈ, ਉਹਦਾ ਤੇ ਹੁਕਮ ਚੱਲਦਾ ਹੈ। ਫਕੀਰ ਕੋਲ ਤੇ ਕੁਛ ਵੀ ਨਹੀਂ। ਕਹਿੰਦੇ ਰਾਜੇ ਤੇ ਫਕੀਰ ਵਿੱਚ ਇੱਕ ਅਮੀਰੀ ਹੁੰਦੀ ਹੈ। ਜਿਹੜਾ ਰਾਜਾ ਹੁੰਦਾ ਹੈ ਬਹੁਤ ਕੁਛ ਹੁੰਦਿਆਂ ਵੀ ਗਰੀਬ ਹੁੰਦਾ ਹੈ, ਫਕੀਰ ਕੋਲ ਕੁਛ ਨਾ ਹੁੰਦਿਆਂ ਵੀ ਅਮੀਰ ਹੁੰਦਾ ਹੈ। ਕਿਉਂ? ਫਕੀਰ ਦੇ ਕੋਲ ਸਬਰ ਹੁੰਦਾ ਹੈ, ਫਕੀਰ ਦੇ ਕੋਲ ਸੰਤੋਖ ਹੁੰਦਾ ਹੈ। ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੀਨਾ। ਜਿਹਦੇ ਅੰਦਰ ਪਰਮਾਤਮਾ ਦੀ ਬੰਦਗੀ ਹੈ, ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ, ਉਹ ਸਾਰੀ ਦੁਨੀਆ ਦਾ ਰਾਜਾ ਹੈ। ਕਿਉਂ? ਰੱਜ ਗਿਆ। ਮਨੁੱਖ ਰੱਜਦਾ ਬਹੁਤੇ ਪਦਾਰਥ ਇਕੱਠੇ ਕਰਕੇ ਨਹੀਂ ਹੈ। ਮਨੁੱਖ ਰੱਜਦਾ ਉਦੋਂ ਹੈ ਜਦੋਂ ਮਨੁੱਖ ਨੂੰ ਸਮਝ ਆ ਗਈ ਸੱਚਾਈ ਕੀ ਹੈ, ਉਦੋਂ ਰੱਜ ਜਾਂਦਾ ਹੈ। ਪਦਾਰਥਾਂ ਨਾਲ ਨਾ ਅੱਜ ਤਾਈਂ ਕੋਈ ਰੱਜਿਆ ਹੈ ਤੇ ਨਾ ਰੱਜਣਾ ਹੈ। ਸਿਕੰਦਰ ਵਰਗੇ ਜਿਨ੍ਹਾਂ ਦਾ ਸਾਰੀ ਦੁਨੀਆ ਤੇ ਰਾਜ ਸੀ, ਉਹ ਨਹੀਂ ਰੱਜ ਪਾਏ। ਫਿਰ ਇੱਕ ਮਨੁੱਖ ਦੀ ਤੇ ਔਕਾਤ ਕੀ ਹੈ? ਇਸ ਦੁਨੀਆ ਤੇ ਐਸੇ ਮਨੁੱਖ ਵੀ ਹਨ, ਕਹਿੰਦੇ ਹਨ ਦੁਨੀਆ ਤੇ 80-20 ਦਾ ਫਾਰਮੂਲਾ ਚੱਲਦਾ ਹੈ। ਦੁਨੀਆ ਦਾ 80% ਧਨ 20% ਲੋਕਾਂ ਕੋਲ ਹੈ। 80-20 ਦਾ ਫਾਰਮੂਲਾ ਹੈ। ਪਰ ਜਿਹੜੇ ਉਹ 20% ਨੇ, ਕੀ ਉਹ ਰੱਜ ਗਏ ਨੇ? ਨਹੀਂ, ਅਜੇ ਵੀ ਲੱਗੇ ਹੋਏ ਨੇ। ਪਦਾਰਥਾਂ ਦੇ ਇਕੱਠੇ ਕਰਨ ਨਾਲ ਤੇ ਕੋਈ ਰੱਜਿਆ ਨਹੀਂ। ਮਹਾਰਾਜ ਬਾਣੀ 'ਚ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਰੱਜ ਕੇ ਤੇ ਕੋਈ ਨਹੀਂ ਜੀਆ। ਐਸਾ ਮਨੁੱਖ ਨਹੀਂ ਹੈ ਜਿਹੜਾ ਅੱਜ ਇਹ ਕਹਿ ਦੇਵੇ ਪ੍ਰਮਾਤਮਾ ਬਸ ਸਮਾਪਤੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੇ ਮਨੁੱਖ, ਗੁਰੂ ਸਾਹਿਬ ਜੀ ਦੇ ਕੋਲੋਂ ਬਾਰ-ਬਾਰ ਦੂਰ ਦੂਰ ਦੇ ਲੋਕ ਆਉਂਦੇ ਨੇ ਚੱਲ ਕੇ। ਕਿਸ ਦੇ ਲਈ? ਮਹਾਰਾਜ ਦੇ ਦਰ ਤੇ ਸੇਵਾ ਕਰਦੇ ਨੇ। ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਉਹਨਾਂ ਉਪਦੇਸ਼ਾਂ ਤੋਂ ਆਪਣੀ ਜ਼ਿੰਦਗੀ ਨੂੰ ਚੰਗੀ ਤਰੀਕੇ ਨਾਲ ਵਸਰ ਕਰਦੇ ਹਨ। ਦਿੱਲੀ ਪਤ ਪ੍ਰਸੰਨ ਜਿਮ ਹੋਏ, ਕੀਏ ਉਮਰਾਵ 20 ਅਰ ਦੋਏ। ਜਦੋਂ ਦਿੱਲੀ ਦਾ ਰਾਜਾ, ਜਿਵੇਂ ਦਿੱਲੀ ਦੇ ਰਾਜੇ ਨੇ ਨਾ 22 ਸਟੇਟਾਂ ਸਨ ਉਦੋਂ ਇੰਡੀਆ ਦੇ ਵਿੱਚ, ਉਹਨੇ 22 ਸਟੇਟਾਂ ਦੇ ਵਿੱਚ 22 ਹਾਕਮ ਨਿਯੁਕਤ ਕੀਤੇ। ਕਹਿੰਦੇ ਜਿਵੇਂ ਦਿੱਲੀ ਦਾ ਬਾਦਸ਼ਾਹ ਕੁਛ ਖੁਸ਼ ਹੋਇਆ, ਉਹਨੇ ਖੁਸ਼ ਹੋ ਕੇ 22 ਸਟੇਟਾਂ ਦੇ 22 ਹਾਕਮ ਨਿਯੁਕਤ ਕਰ ਦਿੱਤੇ ਸਨ। ਇਸ ਜਗ ਕੇ ਨਸਵਰ ਸੁਖ ਦੀਨੇ, ਵਡਿਆਈ ਪਦ ਮਹਿ ਥਿਤ ਕੀਨੇ। ਇਸੇ ਤਰੀਕੇ ਨਾਲ ਗੁਰੂ ਜੀ ਨੇ ਜਗਤ ਨੂੰ ਵਡਿਆਈ ਦੇਣ ਲਈ, ਜਗਤ ਦੇ ਦੁੱਖਾਂ ਦਾ ਨਾਸ਼ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ ਹੈ। ਤਿਮ ਸ੍ਰੀ ਅਮਰਦਾਸ ਨਿਜ ਦਾਸ, ਜਿਸ ਪਰ ਭਏ ਪ੍ਰਸੰਨ ਹੁਲਾਸ। ਇਵੇਂ ਗੁਰੂ ਅਮਰਦਾਸ ਜੀ ਜਿਹਦੇ ਤੇ ਵੀ ਪ੍ਰਸੰਨ ਹੋਏ। 22 ਮੰਜੀਆਂ ਦਾ ਮਤਲਬ ਬਖਸ਼ਿਸ਼ਾਂ ਕੀਤੀਆਂ 22 ਜਣਿਆਂ ਤੇ। ਉਹ ਜਿਹੜਾ ਮੰਜੀ ਵਾਲਾ ਹੁੰਦਾ ਸੀ, ਜਦੋਂ ਵੀ ਕਿਸੇ ਪਿੰਡ ਵਿੱਚ ਜਾਂਦਾ ਸੀ, ਪਹਿਲਾਂ ਮੰਜੀ ਵਿਛਾਈ ਜਾਣੀ, ਉਹ ਮੰਜੀ ਤੇ ਬਹਿੰਦਾ ਸੀ। ਸਾਰੇ ਦੇ ਸਾਰੇ ਜਿਹੜੇ ਥੱਲੇ ਬਹਿ ਕੇ ਉਹਦਾ ਪ੍ਰਚਾਰ ਸੁਣਦੇ ਸੀ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਭਾਵ ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ, ਜਿਨ੍ਹਾਂ ਨੇ ਬੰਦਗੀ ਕੀਤੀ, ਉਹਨਾਂ ਨੂੰ ਗੁਰੂ ਸਾਹਿਬ ਨੇ ਮੰਜੀਆਂ ਬਖਸ਼ੀਆਂ ਹਨ। ਦੋਨੋਂ ਲੋਕਨ ਕੋ ਸੁਖ ਦੀਨ, ਮੰਜੀ ਪਰ ਬੈਠਾਵਨ ਕੀਨ। ਦੋਨਾਂ ਲੋਕਾਂ ਦਾ ਸੁੱਖ ਦੇਣ ਲਈ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਹੋ ਸਕਦਾ ਹੈ ਕਿਸੇ ਕੋਲ ਇਸ ਲੋਕ 'ਚ ਸੁੱਖ ਨਾ ਹੋਏ, ਪਰਲੋਕ 'ਚ ਹੁੰਦਾ ਹੈ। ਕਈਆਂ ਕੋਲ ਪਰਲੋਕ ਦਾ ਸੁੱਖ ਹੋਏਗਾ, ਇਸ ਲੋਕ ਦਾ ਨਹੀਂ ਹੋਇਆ। ਕਈਆਂ ਕੋਲ ਇਸ ਲੋਕ ਦਾ ਹੈ, ਪਰਲੋਕ ਦਾ ਨਹੀਂ ਹੋਣਾ। ਪਰ ਮਹਾਰਾਜ ਜਦੋਂ ਦਿਆਲ ਹੁੰਦੇ ਨੇ, ਦੋਵਾਂ ਲੋਕਾਂ ਵਿੱਚ ਸੁੱਖ ਦਿੰਦੇ ਨੇ। ਜਿਵੇਂ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ
ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇੱਕ ਪੰਡਤ ਨੇ ਇਹ ਦੱਸਿਆ ਆਪਣੀ ਵਿੱਦਿਆ ਦੇ ਅਨੁਸਾਰ, ਮੈਨੂੰ ਇਵੇਂ ਲੱਗਦਾ ਤੁਹਾਡੇ ਸਿਰ ਤੇ ਜਾਂ ਤੇ ਉਮਰਾਵ ਰਾਜਿਆਂ ਦਾ ਛਤਰ ਝੁੱਲੇਗਾ ਜਾਂ ਤੁਸੀਂ ਦੁਨੀਆ ਦੇ ਗੁਰੂ ਬਣੋਗੇ। ਮਹਾਰਾਜ ਉਹਨੂੰ ਦਸ਼ਨਾ ਦੇਣ ਲੱਗੇ, ਕਹਿੰਦਾ ਦਸ਼ਨਾ ਹਜੇ ਨਹੀਂ ਲੈਣੀ, ਜਦੋਂ ਤੁਸੀਂ ਬਣ ਜਾਓਗੇ ਮੈਂ ਉਦੋਂ ਲਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣੇ, ਜਦੋਂ ਜਾ ਰਹੇ ਸਨ ਤੀਰਥਾਂ ਦੇ ਲੋਕਾਂ ਦਾ ਉਧਾਰ ਕਰਨ ਲਈ, ਉਹ ਮਿਲ ਪਿਆ ਪੰਡਤ ਜੀ, ਕਹਿੰਦੇ ਮਹਾਰਾਜ ਮੈਨੂੰ ਪਛਾਣਿਆ। ਸੱਚੇ ਪਾਤਸ਼ਾਹ ਕਹਿੰਦੇ ਪਛਾਣ ਲਿਆ। ਮਹਾਰਾਜ ਕਹਿੰਦੇ ਮੰਗ ਬਈ, ਤੇਰਾ ਕਿਹਾ ਸੱਚ ਹੋਇਆ, ਅਸੀਂ ਗੁਰੂ ਬਣ ਗਏ, ਸਾਨੂੰ ਵਡਿਆਈ ਬਖਸ਼ੀ ਹੈ ਗੁਰੂ ਅੰਗਦ ਦੇਵ ਜੀ ਨੇ, ਮੰਗ ਤੂੰ ਕੀ ਮੰਗਦਾ? ਕਹਿੰਦੇ ਮਹਾਰਾਜ ਮੈਂ ਹੁਣ ਚਿੰਤਾ ਵਿੱਚ ਹਾਂ, ਮੈਨੂੰ ਪਤਾ ਹੈ ਦੁਨੀਆ ਦਾ ਮੇਨ ਸੁੱਖ ਪਰਲੋਕ ਦਾ ਹੀ ਸੁੱਖ ਹੁੰਦਾ ਹੈ, ਪਰ ਪਰਲੋਕ ਦਾ ਸੁੱਖ ਤੇ ਮਿਲਣਾ ਹੈ। ਜੇ ਇਹ ਲੋਕ ਵਿੱਚ ਹੀ ਦੁਖੀ ਰਹੀ ਗਏ ਤੇ ਪਰਲੋਕ ਦਾ ਸੁੱਖ ਕੀ ਕਰਾਂਗੇ? ਕਹਿੰਦੇ ਮਹਾਰਾਜ ਇਸ ਕਰਕੇ ਤੁਸੀਂ ਕਹਿੰਦੇ ਇੱਕ ਚੀਜ਼ ਦੇਣੀ ਹੈ, ਹੁਣ ਮੈਂ ਪਰੇਸ਼ਾਨ ਇਹ ਆ, ਦਿਲ ਤੇ ਕਰਦਾ ਪਰਲੋਕ ਦਾ ਮੰਗਾ, ਪਰ ਨਾਲ ਲੋਕ ਦੇ ਸੁੱਖ ਤੋਂ ਬਗੈਰ ਵੀ ਕੀ ਕਰਾਂਗੇ? ਜੇ ਧਨ ਪਦਾਰਥ ਹੀ ਨਾ ਹੋਏਗਾ, ਮੰਗਣਾ ਪੈ ਗਿਆ ਕਿਸੇ ਕੋਲੋਂ, ਫਿਰ ਗੱਲ ਕਿਵੇਂ ਬਣੇਗੀ? ਗੁਰੂ ਸਾਹਿਬ ਪ੍ਰਸੰਨ ਹੋਏ, ਕਹਿੰਦੇ ਭਾਈ ਤੂੰ ਦੋਵੇਂ ਮੰਗ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਮਹਾਰਾਜ ਕਹਿੰਦੇ ਮੰਗ। ਕਹਿੰਦੇ ਮਹਾਰਾਜ ਇੱਥੇ ਵੀ ਦਿਓ ਤੇ ਅਗਲਾ ਵੀ ਦਿਓ। ਗੁਰੂ ਸਾਹਿਬ ਵਾਸਤੇ ਕਿਹੜੀ ਵੱਡੀ ਚੀਜ਼ ਸੀ? ਕਹਿੰਦੇ ਜਾ ਭਾਈ, ਇੱਥੇ ਵੀ ਤੇਰੀ ਸੰਤਾਨ ਕੋਲ ਬੜਾ ਧਨ ਹੋਏਗਾ, ਪਰਲੋਕ ਵਿੱਚ ਵੀ ਤੂੰ ਆਨੰਦ ਮਾਣੇਗਾ। ਸੋ ਇਸ ਕਰਕੇ ਜਦੋਂ ਗੁਰੂ ਸਾਹਿਬ ਪ੍ਰਸੰਨ ਹੁੰਦੇ ਨੇ, ਔਰ ਸਾਧ ਸੰਗਤ ਕੋਈ ਗੁਰੂ ਨੂੰ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਵੱਡੇ ਤਪਾਂ ਦੀ ਲੋੜ ਨਹੀਂ। ਬਸ ਜਦੋਂ ਮਨੁੱਖ ਸਿਰ ਝੁਕਾ ਲੈਂਦਾ ਨਾ, ਕਹਿੰਦਾ ਮੇਰੇ ਬਸ ਤੋਂ ਬਾਹਰ ਹੈ ਗੱਲ, ਬਸ ਜਿਸ ਦਿਨ ਇਦਨ ਕਹਿ ਦਿੱਤਾ, ਬੁੱਧੀ ਨੇ ਜਿਸ ਦਿਨ ਮੰਨ ਲਿਆ ਪ੍ਰਮਾਤਮਾ ਮੇਰੇ ਬਸ ਤੋਂ ਬਾਹਰ ਹੋ ਗਿਆ ਕੰਮ, ਉਸ ਦਿਨ ਹੀ ਬਸ ਮੰਨ ਜਾਏਗਾ। ਮਹਾਰਾਜ ਬਾਣੀ ਦੇ ਵਿੱਚ ਵੈਸੇ ਕਹਿੰਦੇ ਨੇ, ਮਨੁੱਖ ਉਸ ਦਿਨ ਪ੍ਰਮਾਤਮਾ ਦੇ ਅੱਗੇ ਹਾਰ ਜਾਂਦਾ ਹੈ, ਭੱਜੈ ਸਭੋ ਆਸਰਾ ਚੁੱਕਿਆ ਸਭ ਅਸਰਾਓ। ਜਿਸ ਦਿਨ ਸਾਰੇ ਜਵਾਬ ਦੇਣ, ਸਕੇ ਸੰਬੰਧੀ ਜਵਾਬ ਦੇਣ, ਕੋਈ ਆਉਣਾ ਜਾਣਾ ਬੰਦ ਕਰ ਦੇ, ਜਦੋਂ ਸਾਰੇ ਆਸਰੇ ਭੱਜ ਜਾਂਦੇ ਨੇ ਨਾ, ਫਿਰ ਮਨੁੱਖ ਦਾ ਆਸਰਾ ਕਹਿੰਦਾ ਹੁਣ ਕਿੱਧਰ ਜਾਵਾਂ? ਫਿਰ ਕਹਿੰਦਾ ਚੱਲ ਛੱਡ ਮਨਾ ਪਰਾਂ, ਹੁਣ ਰੱਬ ਹੀ ਆਸਰਾ ਹੈ, ਉੱਧਰ ਹੀ ਚੱਲ, ਰੱਬ ਕੋਲ ਚੱਲ, ਰੱਬ ਤੋਂ ਹੀ ਸਾਰਾ ਕੁਝ ਮਿਲਣਾ ਹੈ। ਭੱਜੈ ਸਭੋ ਆਸਰਾ ਚੁੱਕਿਆ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤਤੀ ਗਾਓ। ਮੈਨੂੰ ਯਾਦ ਆਉਂਦੀ ਹੈ ਇੱਕ ਕਹਾਣੀ, ਕਹਿੰਦੇ ਉਹਦੇ ਵਿੱਚ ਇੱਕ ਮਨੁੱਖ ਸੀ, ਬੜਾ ਘਰ ਤੋਂ ਗਰੀਬ ਪਰਿਵਾਰ ਚੋਂ ਸੀ। ਐਸਾ ਗਰੀਬ ਪਰਿਵਾਰ ਚੋਂ ਹੋਇਆ, ਘਰਦਿਆਂ ਨਾਲ ਵੰਡ ਵੰਡਾਇਆ, ਕੁਝ ਵੀ ਪੱਲੇ ਨਾ ਲੱਗਿਆ, ਕੱਲਾ ਜਾ ਰਹਿ ਗਿਆ। ਕੋਈ ਆਉਣਾ ਜਾਣਾ, ਹੁਣ ਗਰੀਬ ਸੀ, ਆਵੇ ਜਾਵੇ ਵੀ ਕਿਹੜਾ। ਕਹਿੰਦੇ ਕਿਸੇ ਨੇ ਉਹਨੂੰ ਕਿਹਾ ਭਾਈ ਤੂੰ ਨਾ ਰੱਬ ਰੱਬ ਕਰਿਆ ਕਰ, ਪਰਮਾਤਮਾ ਸਾਰਾ ਕੁਝ ਹੀ ਦਿੰਦਾ। ਕਹਿੰਦੇ ਅੱਛਾ। ਭੋਲਾ ਸੀ, ਕਹਿੰਦੇ ਰੱਬ ਦਾ ਨਾਂ ਜਪੇ ਸਭ ਕੁਝ ਮਿਲ ਜਾਂਦਾ। ਕਹਿੰਦਾ ਬਿਲਕੁਲ। ਹੁਣ ਜਿਵੇਂ ਅੰਧੇ ਨੂੰ ਕੀ ਚਾਹੀਦੀਆਂ ਨੇ? 2 ਅੱਖਾਂ। ਲੱਗ ਪਿਆ ਵਾਹਿਗੁਰੂ ਵਾਹਿਗੁਰੂ ਕਰਨ, ਤੁਰਿਆ ਰੱਬ ਦਾ ਨਾਂ ਲੈਣਾ ਸ਼ੁਰੂ ਕੀਤਾ। ਜਿਹੜਾ ਵੀ ਲਿਆ, ਕਰਦਿਆਂ ਕਰਦਿਆਂ ਉਹਦੇ ਥੋੜ੍ਹੇ ਜਿਹੇ ਕੰਮ ਠੀਕ ਹੋਣੇ ਸ਼ੁਰੂ ਹੋਏ। ਉਹ ਕਹਿੰਦੇ ਇਹ ਤਾਂ ਗੱਲ ਹੀ ਬੜੀ ਸੌਖੀ ਹੈ। ਜਿਵੇਂ ਧੰਨਾ ਭਗਤ ਜੀ, ਉਹਨੂੰ ਪੰਡਤ ਜੀ ਕਹਿੰਦੇ ਨੇ, ਕਹਿੰਦੇ ਧੰਨਿਆ ਕਿੱਧਰ ਪੈਲੀਆਂ ਵਿੱਚ ਤੁਰਿਆ ਫਿਰਦਾ? ਉਹ ਜਾ ਰਹੇ ਸਨ ਭੋਲੇ ਭਾਲੇ। ਕਹਿੰਦੇ ਪੰਡਤ ਜੀ ਤੁਸੀਂ ਰੋਜ਼ ਪੂਜਾ ਪਾਠ ਕਰਦੇ ਹੋ, ਇਹ ਕੌਣ ਨੇ? ਕਹਿੰਦੇ ਇਹ ਰੱਬ ਹੈ। ਇਹ ਕੀ ਦਿੰਦਾ? ਇਹ ਸਭ ਕੁਝ ਹੀ ਦਿੰਦਾ ਹੈ। ਕਹਿੰਦੇ ਫਿਰ ਮੈਂ ਐਵੇਂ ਪੈਲੀ ਦੇ ਵਿੱਚ ਲੋਕਾਂ ਬਲਦ ਚਾਰਦਾ ਫਿਰਦਾ, ਆ ਇੱਕ ਮੈਨੂੰ ਵੀ ਦਿਓ, ਮੈਂ ਇਹਦੇ ਕੋਲ ਆਪਣੇ ਡੰਗਰ ਚਰਵਾਵਾਂਗਾ। ਸੋਚਦਾ ਭੋਲਾ ਹੈ, ਕਿਉਂਕਿ ਭੋਲੇ ਭਾਏ ਮਿਲਿਆ ਰਘੁਰਾਇਆ। ਪਰਮਾਤਮਾ ਮਿਲਦਾ ਹੀ ਭੋਲੇ ਭਾਵ ਵਿੱਚ ਹੈ, ਚਤਰਾਈਆਂ ਨਾਲ ਥੋੜ੍ਹੀ ਨਾ ਮਿਲਦਾ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਭੋਲੇ ਭਾਅ ਦੇ ਵਿੱਚ ਲੱਗ ਤੁਰਿਆ। ਭਗਤ ਧੰਨਾ ਜੀ ਜਿਵੇਂ ਜਿਵੇਂ ਭੋਲੇ ਭਾਵ ਦੇ ਲੱਗੇ ਪਰਮਾਤਮਾ ਦੇ, ਭਗਤ ਤਰਲੋਚਨ ਜੀ ਨੇ ਆ ਕੇ ਉਹਨਾਂ ਨੂੰ ਪੱਥਰ ਵੀ ਦੇ ਦਿੱਤਾ, ਲਓ ਜੀ ਅੱਗੇ ਰੱਖ ਕੇ ਬਹਿ ਕੇ ਕਹਿੰਦੇ ਪਰਮਾਤਮਾ ਸਾਗ ਦੀਆਂ ਰੋਟੀਆਂ ਤੇ ਸਾਗ ਤੇ ਨਾਲ ਰੋਟੀਆਂ ਬਾਜਰੇ ਦੀਆਂ, ਕਹਿੰਦੇ ਪਰਮਾਤਮਾ ਮੈਨੂੰ ਲੱਗਦਾ ਹੈ ਤੈਨੂੰ ਪੰਡਤ ਜੀ ਵਧੀਆ ਭੋਜਨ ਛਕਾਉਂਦੇ ਨੇ, ਮੇਰੇ ਘਰ ਥੋੜ੍ਹਾ ਹੈ ਤਾਂ ਨਹੀਂ ਤੂੰ ਖਾ ਰਿਹਾ, ਇਹਨੂੰ ਖਾ, ਇਹ ਖਾਣਾ ਪਏਗਾ ਤੈਨੂੰ। ਅੜ ਕੇ ਬਹਿ ਗਿਆ, ਹੁਣ ਕਿਵੇਂ ਖਾਏ ਪਰਮਾਤਮਾ? ਕਹਿੰਦੇ ਪਰਮਾਤਮਾ ਸਰਗੁਣ ਰੂਪ ਧਾਰ ਕੇ ਪਰਮਾਤਮਾ ਭੋਜਨ ਛਕਦਾ ਹੈ। ਜਿਸ ਦਿਨ ਭਗਤ ਧੰਨਾ ਜੀ ਨੇ ਸੁਣਿਆ ਨਾ, ਰਵਿਦਾਸ ਜੀ ਤਰ ਕੇ, ਸੈਣ ਨਾਈ ਤਰ ਗਏ,
ਬਾਣੀ 'ਚ ਸ਼ਬਦ ਹੈ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਥੋੜੇ ਬੁੱਧੀ ਤੋਂ ਸਨ, ਕਹਿੰਦੇ ਇਹ ਬਿਦ ਸੁਣ ਕੇ ਜਾਟਰੋ, ਜ਼ਿਮੀਂਦਾਰ ਦਾ ਕੰਮ ਕਰਦੇ ਸਨ, ਕਹਿੰਦੇ ਮਨਾ ਸੈਨ ਨਾਈ ਤਰ ਗਿਆ। ਰਵਿਦਾਸ ਢਵੰਤਾ ਢੋਰ ਨੇ ਤਿੰਨ ਤਿਆਗੀ ਮਾਇਆ, ਉਹ ਤਰ ਗਿਆ, ਤੂੰ ਕਿਉਂ ਨਾ ਤਰੇਂਗਾ। ਉੱਠ ਕੇ ਬੰਦਗੀ ਕਰਨ ਲੱਗੇ। ਤੇ ਆਪਾਂ ਗੁਰਬਾਣੀ ਦੇ ਵਿੱਚ ਸ਼ਬਦ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਭਗਤ ਧੰਨਾ ਜੀ ਨੇ ਸ਼ਬਦ ਲਿਖਿਆ ਹੈ। ਇੱਡਾ ਵਿਸ਼ਵਾਸ ਆ ਗਿਆ ਉਹਨਾਂ ਨੇ, ਦੁਨੀਆ ਦੇ ਭਲੇ ਲਈ ਵੀ ਲਿਖਿਆ। ਦੁਨੀਆ ਦੇ ਲੋਕੋ ਇਹ ਗੱਲ ਯਾਦ ਰੱਖਿਓ, ਜਿਨ੍ਹਾਂ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ, ਪ੍ਰਮਾਤਮਾ ਨੇ ਉਹਨਾਂ ਦੇ ਕਾਰਜ ਸਵਾਰੇ ਨੇ ਤੇ ਉਹਨਾਂ ਪ੍ਰਮਾਤਮਾ ਤੋਂ ਸਾਰੀਆਂ ਵਸਤੂਆਂ ਮੰਗੀਆਂ। ਇੱਕ ਤਾਜਨ ਤੁਰੀ ਚੰਗੀ, ਪ੍ਰਮਾਤਮਾ ਇੱਕ ਘੋੜੀ ਦੇ ਤੇਰਾ ਭਗਤ ਚੜ੍ਹ ਕੇ ਜਾਏ, ਦੁਨੀਆ ਕਹੇ ਵੇਖੋ ਗੋਬਿੰਦ ਦਾ ਭਗਤ ਤੁਰਿਆ ਆਉਂਦਾ ਹੈ। ਅਨਾਜ ਮੰਗਿਆ, ਸਾਰੀਆਂ ਵਸਤੂਆਂ ਮੰਗੀਆਂ। ਇਸ ਕਰਕੇ ਸਾਧ ਸੰਗਤ, ਜਿਵੇਂ ਜਿਵੇਂ ਮਨੁੱਖ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜਦਾ ਹੈ, ਉਹ ਗਰੀਬ ਮਨੁੱਖ ਪ੍ਰਮਾਤਮਾ ਦੀ ਬੰਦਗੀ 'ਚ ਲਿਖਿਆ ਭੋਲੇ ਭਾਵ 'ਚ ਲੱਗ ਪਿਆ। ਤੁਰਦਿਆਂ ਤੁਰਦਿਆਂ ਕਹਿੰਦੇ ਇੰਨਾ ਬੰਦਗੀ ਦੇ ਵਿੱਚ ਜੁੜਿਆ, ਰੱਬ ਨੇ ਜ਼ਮੀਨਾਂ ਵੀ ਬਖਸ਼ੀਆਂ। ਹੌਲੀ ਹੌਲੀ ਬੜਾ ਵੱਡਾ ਜ਼ਿਮੀਂਦਾਰ ਬਣ ਗਿਆ। ਕਿੱਥੋਂ ਸ਼ੁਰੂ ਹੋਇਆ? ਬੰਦਗੀ ਤੋਂ। ਇਸ ਕਰਕੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕੀ ਨਹੀਂ ਉਹਦੇ ਘਰ ਵਿੱਚ? ਆ ਸਵਾਲ ਹੈ, ਸਿਰਫ ਹਜੇ ਬਾਣੀ ਦਾ ਇਹ ਸਵਾਲ ਹੈ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਅੱਗੇ ਨਾਲ ਦੀ ਨਾਲ ਜਵਾਬ ਹੈ, ਘਰ ਤਾਂ ਤੇਰਾ ਸਭ ਕੁਛ ਹੈ। ਕਿਹੜੀ ਚੀਜ਼? ਸਭ ਕੁਛ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਕਿਹਨੂੰ ਦਿੰਦਾ ਹੈ? ਅੱਗੇ ਫਿਰ ਅੱਗੇ ਤਰੀਕਾ ਦੱਸਿਆ ਹੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਜਿਹੜਾ ਪਰਮਾਤਮਾ ਦੀ ਸਿਫਤ ਨੂੰ, ਸਲਾਹ ਨੂੰ ਬਾਰ-ਬਾਰ ਗਾਉਂਦਾ, ਆਪਣੇ ਮਨ ਵਿੱਚ ਵਸਾਉਂਦਾ ਹੈ, ਪਰਮਾਤਮਾ ਉਹਦੇ ਸਾਰੇ ਕਾਰਜ ਹੀ ਸਫਲ ਕਰ ਦਿੰਦਾ ਹੈ। ਦੇਸਣ ਭੇਜੇ ਗੁਰੂ ਬਨਾਏ, ਇਹਾਂ ਗ੍ਰਸਤ ਮਹਿ ਸਭ ਸੁਖ ਪਾਏ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੇਸ਼ਾਂ ਵਿਦੇਸ਼, ਜਿਹੜੇ 22 ਮੰਜੀਆਂ ਥਾਪੀਆਂ, 22 ਸਿੱਖ ਬਣਾਏ, ਦੇਸ਼ਾਂ ਵਿਦੇਸ਼ਾਂ ਵਿੱਚ ਭੇਜਿਆ ਗੁਰੂ ਬਣਾ ਕੇ। ਭਾਵ ਆਖਿਆ ਵੀ ਇਹ ਮੇਰੇ ਸਵਰੂਪ ਹਨ, ਇਹਨਾਂ ਤੋਂ ਤੁਸੀਂ ਉਪਦੇਸ਼ ਲੈਣਾ ਹੈ, ਇਹ ਤੁਹਾਨੂੰ ਨਾਮ ਦੀ ਦਾਤ ਬਖਸ਼ਣਗੇ, ਇਹਨਾਂ ਦੇ ਉਪਦੇਸ਼ਾਂ ਤੇ ਹੀ ਚੱਲਣਾ ਹੈ। ਗਨ ਦੇਸਨ ਪਰ ਹੁਕਮ ਕਰੰਤੇ, ਨਰ ਅਨੇਕ ਮਿਲ ਸੇਵ ਕਰੰਤੇ। ਗੁਰੂ ਸਾਹਿਬ ਉਹਨਾਂ ਤੇ ਖੁਸ਼ ਹੋਏ, ਅਨੇਕਾਂ ਹੀ ਲੋਕ ਆ ਕੇ ਉਹਨਾਂ ਦੀ ਸੇਵਾ ਕਰਦੇ ਹਨ ਤੇ ਉਹਨਾਂ ਦੀ ਸੇਵਾ ਕਰਕੇ ਸਹੀ ਫਲ ਪ੍ਰਾਪਤ ਕਰਦੇ ਹਨ। ਮੁਕਤ ਭਏ ਸੁਖ ਭਾ ਪਰਲੋਕ, ਐਸੇ ਆਪਣੇ ਸਿੱਖ ਅਸ਼ੋਕ। ਇਸ ਕਰਕੇ ਗੁਰੂ ਸਾਹਿਬ ਜੀ ਦੇ ਉਹ ਸਿੱਖ ਫਿਰ ਜਦੋਂ ਦੁਨੀਆ ਤੋਂ ਗਏ, ਪਰਲੋਕ ਦਾ ਸੁੱਖ ਪ੍ਰਾਪਤ ਹੋਇਆ ਤੇ ਸ਼ੋਕ ਰਹਿਤ ਦੁਨੀਆ ਜੀ ਕੇ ਗਏ ਹਨ। ਦੁਐ ਬਿਸੰਤ ਮੰਜੀ ਅਧਕਾਰ, ਬੈਠਾਰੇ ਗੁਰ ਨਿਜ ਦਰਬਾਰ। 22 ਮੰਜੀਦਾਰ ਸਨ ਜਿਹੜੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਦਰਬਾਰ ਵਿੱਚ ਬਿਠਾਇਆ। ਦਰਬਾਰ ਵਿੱਚ ਬਿਠਾ ਕੇ ਉਹਨਾਂ ਦਾ ਸਤਿਕਾਰ ਕਰਦੇ ਹਨ। ਪਾਤਸ਼ਾਹ ਦੁਐ ਲੋਕਣ ਕੇਰੇ, ਇਮ ਪਾਤ ਸਾਹਿਤ ਕੀਨ ਕਨੇਰੇ। ਇਸ ਕਰਕੇ ਸਾਧ ਸੰਗਤ, ਦੋ ਲੋਕਾਂ ਦੇ ਪਾਤਸ਼ਾਹ, ਜਿਹੜੇ ਮੰਜੀਆਂ ਦੇ ਸਿੱਖ ਸਨ, ਜਿਨ੍ਹਾਂ ਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਹ ਦੋ ਲੋਕਾਂ ਦੇ ਵਜ਼ੀਰ ਬਣਾ ਦਿੱਤੇ ਹਨ। ਦੋ ਮੰਜਨ ਤੇ ਉਮਰਾਵ, ਕਰ ਸ੍ਰੀ ਗੁਰ ਨਿਜ ਮਹਿਤ ਪ੍ਰਭਾਵ। ਇਸ ਕਰਕੇ ਉਹ ਜਿਹੜੇ ਮੰਜੀਆਂ ਦੇ ਮਾਲਕ ਸਨ, ਸਿੱਖ ਸਨ, ਉਹਨਾਂ ਦਾ ਪ੍ਰਭਾਵ ਦੂਰ ਦੂਰ ਤਾਈਂ ਫੈਲ ਗਿਆ ਹੈ। ਸ੍ਰੀ ਹਰੀ ਦਾਸ ਆਨੰਦ ਕਹੋ ਦੇਖਾ, ਉਚਿਤ ਤਖਤ ਕੇ ਬੁੱਧ ਵਿਸੇਖਾ। ਜਦੋਂ ਗੁਰੂ ਅਮਰਦਾਸ ਜੀ ਨੇ ਸ਼੍ਰੀ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਨੂੰ ਵੇਖਿਆ ਤੇ ਉਹਨਾਂ ਨੇ ਵੇਖਿਆ ਇਹਨਾਂ ਦੀ ਬੁੱਧੀ ਬਹੁਤ ਮਹਾਨ ਹੈ, ਉੱਚੀ ਹੈ, ਹਰ ਚੀਜ਼ ਨੂੰ ਸਮਝਦੇ ਹਨ ਤੇ ਇਹ ਉੱਚੇ ਤਖਤ ਤੇ ਬੈਠਣ ਦੇ ਲਾਇਕ ਹਨ। ਸਭ ਗੁਣ ਸੁਜੰਤ ਧਰਮ ਮਹਾਨਾ, ਅਪਰ ਨਹਿਰਿਓ ਇਨਹੂ ਸਮਾਨਾ। ਉਹਨਾਂ ਨੇ ਵੇਖਿਆ ਸਾਰੇ ਗੁਣਾਂ ਦੇ ਵਿੱਚ ਸੰਪੂਰਨ ਨੇ, ਕੋਈ ਵੀ ਐਸਾ ਗੁਣ ਨਹੀਂ ਜਿਹੜਾ ਇਹਨਾਂ ਦੇ ਵਿੱਚ ਨਹੀਂ, ਸਰਬ ਕਲਾ ਸੰਪੂਰਨ ਨੇ।
ਔਰ ਕੋਈ ਵੀ ਮਨੁੱਖ ਇਹਨਾਂ ਦੇ ਬਰਾਬਰ ਦਾ ਨਹੀਂ ਹੈ। ਭਗਤ ਆਪਣੋ ਜਾਨ ਵਿਸਾਲਾ, ਗੁਰ ਭਾਣੇ ਮੈਂ ਹਰਖਣ ਵਾਲਾ। ਗੁਰੂ ਸਾਹਿਬ ਜੀ ਨੇ ਵੇਖਿਆ ਇਹ ਤੇ ਸਾਡੇ ਬੜੇ ਵੱਡੇ ਭਗਤ ਨੇ ਤੇ ਹਮੇਸ਼ਾ ਭਾਣੇ ਵਿੱਚ ਹੀ ਰਹਿੰਦੇ ਨੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੁੱਖ ਸਾਧ ਸੰਗਤ ਮਿਲਦਾ ਹੀ ਉਹਨੂੰ ਹੈ ਜਿਹੜਾ ਭਾਣੇ ਦੇ ਵਿੱਚ ਚੱਲੇ। ਜੋ ਗੁਰ ਕਹੈ ਸੋਈ ਭਲ ਮਾਨੋ। ਮਹਾਰਾਜ ਬਾਣੀ ਦੇ ਵਿੱਚ ਇਹ ਵੀ ਗੱਲ ਕਹਿੰਦੇ ਨੇ, ਜਿਹੜਾ ਮਨੁੱਖ ਆਪ ਮੁਹਾਰੇ ਤੁਰਦਾ ਹੈ ਗੁਰੂ ਦੀ ਗੱਲ ਨਹੀਂ ਮੰਨਦਾ। ਕਿਉਂਕਿ ਮਨੁੱਖ ਨੂੰ ਇਹ ਦੁਨੀਆ ਦੇ ਉੱਤੇ ਜਿੰਨੇ ਵੀ ਮਨੁੱਖ ਬੈਠੇ ਨੇ, ਕਿਉਂਕਿ ਇੱਥੇ ਸਥਿਰ ਤੇ ਕੋਈ ਨਹੀਂ ਹੈ। ਕਿਸੇ ਨੂੰ 40 ਸਾਲ ਹੋਏ ਨੇ, ਕਿਸੇ ਨੂੰ 45 ਸਾਲ। ਇਹ ਦੁਨੀਆ ਦੇ ਬਾਰੇ ਪੂਰਨ ਰੂਪ ਵਿੱਚ ਸਮਝ ਕਿਸੇ ਨੂੰ ਨਹੀਂ ਹੈ। ਦੁਨੀਆ ਕੀ ਹੈ, ਪਰਮਾਤਮਾ ਕੀ ਹੈ, ਕਿ ਇਹਦੀ ਸਮਝ ਕਿੱਥੋਂ ਪਤਾ ਲੱਗੀ? ਪਰਮਾਤਮਾ ਹੈ ਗੁਰੂ ਤੋਂ। ਫਿਰ ਜਿਨਨੇ ਪਰਮਾਤਮਾ ਦੀ ਸਮਝ ਦਿੱਤੀ ਹੈ, ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਜਿਨ੍ਹਾਂ ਨੇ ਏਡੀ ਵੱਡੀ ਸਮਝ ਦਿੱਤੀ ਹੈ, ਜੇ ਮਨੁੱਖ ਉਹ ਭਾਣੇ ਵਿੱਚ ਨਹੀਂ ਚੱਲਦਾ, ਉਹ ਕਹਿੰਦੇ ਨੇ ਬੰਦਗੀ ਕਰ, ਜੇ ਬੰਦਗੀ ਨਹੀਂ ਕਰਦਾ, ਮਹਾਰਾਜ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਆਪ ਮੁਹਾਰੇ ਚੱਲਦਾ ਹੈ, ਆਪਣੀ ਬੁੱਧੀ ਦੇ ਅਨੁਸਾਰ ਚੱਲਦਾ ਹੈ, ਉਹਨੂੰ ਚੋਟਾਂ ਪੈਂਦੀਆਂ ਪੈਂਦੀਆਂ। ਕਿਉਂਕਿ ਆਪ ਮੁਹਾਰੇ ਚੱਲੇਗਾ, ਅਧਰਮ ਕਰੇਗਾ। ਜਦੋਂ ਮਨੁੱਖ ਅਧਰਮ ਦਾ ਪੱਲਾ ਫੜ ਲੈਂਦਾ ਹੈ, ਸਮਝੋ ਦੁੱਖਾਂ ਦੀ ਖਾਨ ਉਹਨੇ ਹੱਥ ਵਿੱਚ ਹੱਥ ਪਾ ਲਿਆ। ਜਿਵੇਂ ਜਿਵੇਂ ਮਨੁੱਖ ਅਧਾਰਮਿਕ ਕਾਰਿਆ ਕਰੇਗਾ, ਜ਼ੁਬਾਨ ਥਾਣੀ, ਹੱਥਾਂ ਥਾਣੀ, ਜਾਂ ਮਨ ਦੇ ਵਿੱਚ ਕਿਸੇ ਦਾ ਮਾੜਾ ਸੋਚੇਗਾ, ਫਿਰ ਉਹ ਜਿਹੜੇ ਜਿਹੜੇ ਬੀਜ ਬੀਜ ਰਿਹਾ ਹੈ, ਬਾਣੀ ਦੇ ਵਿੱਚ ਸ਼ਬਦ ਕਹਿੰਦੇ ਨੇ ਮਹਾਰਾਜ, ਆਪਨ ਬੀਜ ਆਪ ਹੀ ਖਾਓ। ਮਨੁੱਖ ਆਪਣੇ ਕਰਮਾਂ ਦੇ ਬੀਜ ਆਪ ਬੀਜ ਰਿਹਾ ਹੈ। ਇੰਨਾ ਤੇ ਪ੍ਰਮਾਤਮਾ ਨੇ ਇਹਨੂੰ ਹੱਕ ਦਿੱਤਾ ਹੈ। ਤਾਂ ਹੀ ਮਹਾਰਾਜ ਇਹ ਵੀ ਕਹਿੰਦੇ ਨੇ, ਜੇ ਦੁੱਖ ਆ ਗਿਆ, ਦੁੱਖ ਦਾ ਦੋਸ਼ ਕਿਸੇ ਨੂੰ ਨਾ ਦੇਈ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜੋ ਕੁਛ ਵੀ ਮਨੁੱਖ ਨੂੰ ਇਸ ਸਮੇਂ ਹੈ, ਇਹ ਹੈ ਤੇ ਇਹਦੇ ਕਿਸੇ ਕਰਮ ਦਾ ਨਤੀਜਾ ਹੀ ਹੈ। ਉਹ ਵੱਖਰੀ ਗੱਲ ਹੈ, ਮਨੁੱਖ ਦੀ ਬੁੱਧੀ ਇੰਨੀ ਸੂਖਸ਼ਮ ਨਹੀਂ ਹੈ ਜਿਹੜਾ ਆਪਣੇ ਕਰਮ ਨੂੰ ਪਿੱਛੇ ਵੇਖ ਸਕੇ। ਵੈਸੇ ਮਹਾਭਾਰਤ ਦੇ ਵਿੱਚ ਇਹ ਗੱਲ ਆਉਂਦੀ ਹੈ, ਜਿੱਦਣ ਭੀਸ਼ਮ ਪਿਤਾਮਹ ਸੇਜਾਂ ਤੇ ਪਏ ਨੇ ਤੀਰਾਂ ਦੀ, ਉਹ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ, ਮੈਨੂੰ 100 ਜਨਮਾਂ ਦੀ ਤੇ ਸਮਝ ਆਇਆ, ਮੈਂ ਕੁਝ ਮਾੜਾ ਨਹੀਂ ਕੀਤਾ। 100 ਜਨਮ ਸਾਧ ਸੰਗਤ, ਇਹ ਤੇਰੇ ਪਿਛਲੇ 5 ਸਾਲਾਂ ਦਾ ਨਹੀਂ ਪਤਾ ਕੀ ਕੀ ਕੀਤਾ ਹੈ, ਕੋਈ ਪਤਾ ਨਹੀਂ। ਇੰਨਾ ਮਨੁੱਖ ਆਪਣੀ ਬੁੱਧੀ ਦੇ ਤਲ ਤੇ ਦ੍ਰਿਸ਼ਟਾ ਨਹੀਂ ਹੈ ਵੇਖਣ ਵਾਲਾ। ਆਪਣੇ ਕਰਮਾਂ ਨੂੰ ਵੇਖਣ ਵਾਲਾ ਕੋਈ ਵਿਰਲਾ ਮਨੁੱਖ ਹੁੰਦਾ ਹੈ। ਆਪਣੀ ਜੋ ਮੈਂ ਕਰ ਰਿਹਾ ਇਹ ਠੀਕ ਹੈ ਕਿ ਗਲਤ ਹੈ, ਇਸ ਤੇ ਵਿਚਾਰ ਬੜੇ ਵਿਰਲੇ ਮਨੁੱਖ ਕਰਦੇ ਨੇ। ਇੱਕ ਕਦਮ ਧਰਨ ਤੋਂ ਪਹਿਲਾਂ ਵਿਚਾਰ ਕਰਨ ਵਾਲਾ ਮਨੁੱਖ ਵਿਰਲਾ ਹੁੰਦਾ ਹੈ। ਮੈਂ ਉਸ ਦਿਨ ਵੀ ਦੱਸਿਆ, ਜਿਵੇਂ ਲੁਕਮਾਨ ਨੂੰ ਕਿਸੇ ਨੇ ਪੁੱਛਿਆ, ਤੂੰ ਇੰਨਾ ਸਮਝਦਾਰ ਕਿਵੇਂ ਬਣਿਆ? ਇਹ ਸਮਝ ਕਿੱਥੋਂ ਪ੍ਰਾਪਤ ਕੀਤੀ? ਕਹਿੰਦਾ, ਇਹ ਜਿਹੜੀ ਮੈਂ ਸਮਝ ਪ੍ਰਾਪਤ ਕੀਤੀ ਹੈ, ਅੰਧੇ ਤੋਂ ਕੀਤੀ ਹੈ। ਕਿਵੇਂ ਜਦੋਂ ਅੰਧਾ ਚੱਲਦਾ ਹੈ, ਪਹਿਲਾਂ ਸੋਟੀ ਮਾਰ ਕੇ ਅੱਗੇ ਵੇਖਦਾ ਕਿਤੇ ਕੁਝ ਹੈ ਤੇ ਨਹੀਂ। ਜਿਹਨੂੰ ਲੱਗੇ ਨਾ ਕੁਝ ਹੈ, ਫਿਰ ਚੰਗੀ ਤਰ੍ਹਾਂ ਚੈੱਕ ਕਰਦਾ, ਚੈੱਕ ਕਰਕੇ ਫਿਰ ਅਗਲਾ ਕਦਮ ਪੁੱਟਦਾ ਹੈ। ਕਹਿੰਦੇ ਇਹ ਮੈਂ ਉਸ ਤੋਂ ਹੀ ਗੁਣ ਸਿੱਖਿਆ। ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰੋ, ਪਹਿਲਾਂ ਵਿਚਾਰ ਤੇ ਸੋਚ ਜ਼ਰੂਰੀ ਹੈ। ਇਹ ਵਿਚਾਰਨਾ ਚਾਹੀਦਾ ਹੈ, ਇਹ ਜੋ ਮੈਂ ਕਰ ਰਿਹਾ ਇਹ ਠੀਕ ਵੀ ਹੈ ਕਿ ਨਹੀਂ ਹੈ, ਇਹ ਗੁਰੂ ਦੇ ਅਨੁਸਾਰ ਠੀਕ ਹੈ। ਜਿਹੜੇ ਰਾਸਤੇ ਤੇ ਮੈਂ ਚੱਲ ਰਿਹਾ, ਇਹ ਰਾਸਤਾ ਕੀ ਧਰਮ ਦਾ ਰਾਸਤਾ ਹੈ? ਕਿਤੇ ਧਰਮ ਦਾ ਰਾਸਤਾ ਤੇ ਨਹੀਂ। ਕਹਿੰਦਾ 100 ਜਨਮਾਂ ਦੀ ਮੈਨੂੰ ਸੋਝੀ ਹੈ, ਮੈਂ ਕੋਈ ਗਲਤ ਨਹੀਂ ਕੀਤਾ। ਕਹਿੰਦੇ ਹਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਹੋਰ ਪਿੱਛੇ ਚੱਲ। 106ਵੇਂ ਜਨਮ ਦੇ ਵਿੱਚ ਕੋਈ ਕੀੜਾ ਸੀ, ਕੋਈ ਕਹਿੰਦੇ ਉਹਦੇ ਅੱਖਾਂ ਵਿੱਚ ਵੀ ਡੱਕੇ ਮਾਰੇ, ਬਿਲਕੁਲ ਕਰਕੇ ਵਿੰਨ ਦਿੱਤਾ ਉਹਨੂੰ। ਕਹਿੰਦੇ ਉਹ ਜਿਹੜਾ ਦੋਸ਼ ਹੈ ਇਹਦੇ ਵਿੱਚ ਮਿਲਿਆ। ਜਿਹੜੀ ਕਰਮ ਦੀ ਖਾਰ ਹੈ ਉਹ ਮਿਟਦੀ ਨਹੀਂ। ਹਾਂ, ਉਹ ਗੱਲ ਵੱਖਰੀ ਹੈ। ਗੁਰੂ ਸਾਹਿਬ ਜੀ ਦਾ ਇੱਕ ਫਰਮਾਨ ਹੈ, ਮਹਾਰਾਜ ਦੱਖਣੀ ਓਂਕਾਰ ਦੇ ਵਿੱਚ ਸ਼ਾਇਦ ਕਹਿੰਦੇ ਨੇ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਗੁਰੂ ਸਾਹਿਬ ਜੀ ਦੇ ਸਾਹਮਣੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸਵਾਲ ਹਰਿਆਣੇ ਦੀ ਧਰਤੀ ਤੇ ਬਾਰਨੇ ਦੇ ਕੋਲ, ਕੁਰੂਕਸ਼ੇਤਰ ਦੇ ਕੋਲ ਬਾਰਨਾ ਹੈ, ਉੱਥੇ ਕਿਸੇ ਨੇ ਕੀਤਾ ਸੀ। ਕਹਿੰਦੇ ਮਹਾਰਾਜ ਜੇ ਲੇਖ ਮਿਟਣੇ ਨਹੀਂ, ਫਿਰ ਬੰਦਗੀ ਕਰਨ ਦਾ ਕੀ ਫਾਇਦਾ, ਜੋ ਲੇਖ ਹੀ ਨਹੀਂ ਮਿਟਣੇ।
ਮਹਾਰਾਜ ਕਹਿੰਦੇ ਮਿਟ ਜਾਂਦੇ ਨੇ। ਲੇਖ ਮਿਟਦੇ ਤੇ ਨਹੀਂ, ਮਤਲਬ ਲੇਖ ਤੇ ਭੁਗਤਣੇ ਪੈਂਦੇ ਨੇ। ਉਹ ਗੱਲ ਹੈ, ਤੈਨੂੰ ਸਰੀਰਿਕ ਰੂਪ 'ਚ ਨਹੀਂ, ਸੁਪਨਿਆਂ ਵਿੱਚ ਤੇਰੇ ਲੇਖ ਕੱਟੇ ਜਾਣ, ਵੱਖਰੀ ਗੱਲ ਹੈ। ਕਰਮ ਦਾ ਫਲ ਤੇ ਮਿਲਦਾ ਹੀ ਮਿਲਦਾ ਹੈ, ਉਹ ਵੱਖਰੀ ਗੱਲ ਹੈ। ਤੇਰੇ ਸੁਪਨੇ ਵਿੱਚ ਹੀ ਕੱਟਦੇ ਪਰਮਾਤਮਾ, ਉਹ ਵੱਖਰੀ ਗੱਲ ਹੈ। ਕਿਸੇ ਸੂਲੀ ਦੀ ਸੂਲ ਬਣਾ ਦੇ ਬੰਦਗੀ 'ਚ, ਉਹ ਵੱਖਰੀ ਗੱਲ ਹੈ। ਮਿਟੇਗਾ ਨਹੀਂ, ਕੱਟਣਾ ਤੇ ਪਏਗਾ। ਜੋ ਵੀ ਕੀਤਾ ਭੁਗਤਣਾ ਪੈਂਦਾ। ਕਹਿੰਦੇ ਮਹਾਰਾਜ ਫਿਰ ਕਿਵੇਂ? ਮਹਾਰਾਜ ਕਹਿੰਦੇ ਜਿਵੇਂ ਮੋਹਰ ਹੁੰਦੀ ਹੈ ਨਾ, ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਪਰ ਮੋਹਰ ਜਦੋਂ ਕਾਗਜ਼ ਤੇ ਲੱਗਦੀ ਹੈ ਨਾ, ਅੱਖਰ ਸਿੱਧੇ ਹੋ ਜਾਂਦੇ ਨੇ। ਸਟੈਂਪ ਅਸੀਂ ਵੇਖਦੇ ਹਾਂ, ਅੱਖਰ ਪੁੱਠੇ ਹੁੰਦੇ ਨੇ, ਜਦੋਂ ਹੀ ਕਾਗਜ਼ ਤੇ ਲੱਗਦੀ ਸਿੱਧੇ ਹੋ ਜਾਂਦੇ ਨੇ। ਕਹਿੰਦੇ ਭਾਈ ਲੇਖ ਪੁੱਠੇ ਹੋਣ, ਜੇ ਮਨੁੱਖ ਪਰਮਾਤਮਾ ਦੇ ਦਰ ਤੇ ਆਪਣਾ ਸਿਰ ਝੁਕਾ ਦਿੰਦਾ ਹੈ, ਉਹ ਪੁੱਠੇ ਵੀ ਸਿੱਧੇ ਬਣ ਜਾਂਦੇ ਨੇ। ਝੁਕਾਉਣ ਦੀ ਗੱਲ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਪਰਮਾਤਮਾ ਪੁੱਠਿਆਂ ਨੂੰ ਸਿੱਧੇ ਕਰ ਦਿੰਦਾ ਹੈ। ਉਹ ਕਿਵੇਂ ਕਰਦਾ ਹੈ, ਇਹ ਮਨੁੱਖ ਨੂੰ ਨਹੀਂ ਪਤਾ। ਕਿਵੇਂ ਕੱਟੇਗਾ? ਕੱਟਦਾ ਜ਼ਰੂਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਐਸੇ ਸਿੱਖਾਂ ਨੂੰ ਮੁਕਤੀ ਦਿੱਤੀ, ਜਿਹੜੇ ਵੀ ਗੁਰੂ ਸਾਹਿਬ ਜੀ ਦੇ ਦਰ ਤੇ ਆਉਂਦੇ ਸਨ, ਉਹ ਬੜੀਆਂ ਭਰ ਕੇ ਮੁਰਾਦਾਂ ਪਾ ਰਹੇ ਸਨ। ਪਰਖਣ ਕਰਕੇ ਨੀਕੀ ਰੀਤ, ਰਹਿ ਇੱਕ ਸਾਰ ਸੁਧ ਡਿਠ ਚੀਤ। ਗੁਰੂ ਸਾਹਿਬ ਮਹਾਰਾਜ ਨੇ ਐਵੇਂ ਨਹੀਂ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਕਹਿੰਦੇ ਪਹਿਲਾਂ ਪਰਖਿਆ, ਚੰਗੇ ਤਰੀਕੇ ਨਾਲ ਜਦੋਂ ਪਰਖ ਲਿਆ ਹੈ, ਪਰਖਣ ਦੇ ਨਾਲ ਹੀ ਉਹ ਇੱਕ ਚਿੱਤ ਰਹਿੰਦੇ ਨੇ, ਕਦੇ ਵੀ ਚਿੱਤ ਨੂੰ ਡੁਲਾਇਆ ਨਹੀਂ ਹੈ। ਆਰ ਬਲਾ ਪੂਰਨ ਤਿਨ ਭਈ, ਸ੍ਰੀ ਗੁਰ ਅਮਰ ਜਾਨ ਸਭ ਲਈ। ਗੁਰੂ ਅਮਰ ਸਾਹਿਬ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਣ ਲਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੀ ਉਮਰ ਹੈ, ਉਹ ਪੂਰੀ ਹੋ ਚੁੱਕੀ ਹੈ। ਨਿਜ ਪੁੱਤਰੀ ਭਾਨੀ ਸੋ ਕਹਿਓ, ਸੋਟੀ ਕੁਲ ਟੀਕਾ ਜੋ ਅਹਿਓ। ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਨੂੰ ਕਿਹਾ, ਕਹਿੰਦੇ ਜੋ ਸੋਢੀ ਕੁਲ ਦਾ ਤਿਲਕ ਹੈ, ਉਹ ਅਸੀਂ ਕਿਸ ਨੂੰ ਦੇਣਾ ਹੈ? ਬੈ ਪੂਰਨ ਪ੍ਰਾਪਤ ਤਨ ਕਾਲ, ਵਿਧਵਾ ਹੋਏ ਰਹੋ ਕਿਸ ਡਾਲ। ਕਹਿੰਦੇ ਜਿਹੜੇ ਤੁਹਾਡੇ ਪਤੀ ਹਨ, ਉਹਨਾਂ ਦੀ ਉਮਰ ਤੇ ਪੂਰੀ ਹੋ ਗਈ ਹੈ, ਇਸ ਕਰਕੇ ਤੁਸੀਂ ਵਿਧਵਾ ਹੋ ਕੇ ਕਿਵੇਂ ਰਹੋਗੇ? ਨਹਿ ਉਪਾਏ ਕੋ ਕਰਨੋ ਕਿਆ ਹੈ, ਪਿਤ ਕੀ ਗਿਰਾ ਸੁਣੀ ਬਿਦ ਜਾਂ ਹੈ। ਹੁਣ ਉਹ ਸੋਚਦੇ ਨੇ, ਜੇ ਪਿਤਾ ਜੀ ਨੇ ਇਹ ਗੱਲ ਮੂੰਹ ਚੋਂ ਕਹਿ ਦਿੱਤੀ, ਗੁਰੂ ਜੀ ਨੇ ਕਹਿ ਦਿੱਤੀ ਹੈ। ਬੀਬੀ ਭਾਨੀ ਜੀ ਜਾਣਦੇ ਸਨ, ਜੋ ਗੁਰੂ ਜੀ ਨੇ ਕਹਿ ਦਿੱਤਾ, ਇੱਕ ਸਾਧ ਬਚਨ ਟਲਾਦਾ, ਇਹ ਟਲੇਗਾ ਨਹੀਂ। ਜਿਨ੍ਹਾਂ ਨੇ ਕਿਹਾ ਵੀ ਤੁਹਾਡੇ ਪਤੀ ਦੀ ਉਮਰ ਪੂਰੀ ਹੋ ਗਈ, ਇਸ ਦਾ ਮਤਲਬ ਇਹ ਹੈ ਉਮਰ ਅਵਸ਼ ਹੀ ਪੂਰੀ ਹੋ ਚੁੱਕੀ ਹੈ। ਨਿਜ ਸੁਹਾਗ ਕੋ ਤਬ ਹੈ ਉਤਾਰੇ, ਚਰਨ ਕਮਲ ਪਰ ਧਰਿਓ ਸੁਧਾਰੇ। ਨਾਲ ਦੀ ਨਾਲ ਬੀਬੀ ਭਾਨੀ ਜੀ ਨੇ ਗੁਰੂ ਸਾਹਿਬ ਜੀ ਦੀ ਗੱਲ ਤੇ ਕਿੰਨਾ ਵਿਸ਼ਵਾਸ ਕੀਤਾ। ਨਾਲ ਹੀ ਜਿਹੜੇ ਸੁਹਾਗ ਦੇ ਚਿੰਨ੍ਹ ਹੁੰਦੇ ਨੇ, ਆਪਣੀਆਂ ਵਾਲੀਆਂ ਜੋ ਵੀ ਸਨ, ਸਾਰਾ ਕੁਝ ਉਤਾਰ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਹੈ। ਕਹਿਤ ਭਈ ਸੱਚ ਬਾਕ ਤੁਮਾਰਾ, ਹੋਏ ਮ੍ਰਿਤ ਤੋ ਆਪ ਉਚਾਰਾ। ਕਹਿੰਦੇ ਸੱਚੇ ਪਾਤਸ਼ਾਹ ਆ ਫੜੋ ਸਾਰਾ ਕੁਝ, ਤੁਹਾਡੇ ਵਚਨ ਨੇ, ਹੁਣ ਮੈਂ ਤਾਂ ਪਾ ਕੇ ਕੀ ਕਰਨਾ ਹੈ? ਕਿਉਂਕਿ ਤੁਹਾਡੇ ਵਚਨ ਹਨ, ਇਹ ਵਾਕ ਤੇ ਹੁਣ ਸੱਤ ਹੋ ਕੇ ਹੀ ਰਹਿਣਗੇ। ਪੁੱਤਰੀ ਕੋ ਨਿਸ਼ਚੈ ਨਿਜ ਬਚ ਪਰ, ਪੁੱਤਰੀ ਕੋ ਨਿਸ਼ਚੈ ਨਿਜ ਬਚ ਪਰ, ਲੱਖ ਪ੍ਰਸੰਨ ਭੇ ਸ੍ਰੀ ਗੁਰੂ ਅਮਰ। ਗੁਰੂ ਅਮਰਦਾਸ ਜੀ ਨੇ ਵੇਖਿਆ ਏਡਾ ਵੱਡਾ ਨਿਸ਼ਚਾ ਸਾਡੇ ਬਚਨਾਂ ਤੇ। ਗੁਰੂ ਸਾਹਿਬ ਜੀ ਇਹ ਨਿਸ਼ਚਾ ਵੇਖ ਕੇ ਬੜੇ ਹੀ ਪ੍ਰਸੰਨ ਹੋਏ ਹਨ। ਕਹਿਣ ਲੱਗੇ ਹਮ ਭਾਖਿਓ ਜੈਸੇ, ਨਿਸ਼ਚੈ ਹੋਤ ਵਰਤਬੋ ਤੈਸੇ। ਮਹਾਰਾਜ ਕਹਿੰਦੇ ਜਿਵੇਂ ਅਸੀਂ ਆਖਿਆ ਹੋਏਗਾ ਤੇ ਇਵੇਂ ਹੀ, ਭਾਣਾ ਤੇ ਇਵੇਂ ਹੀ ਵਰਤਣਾ। ਵੇਖੋ ਹੁਣ ਲੇਖ ਤੇ ਐਵੇਂ ਹੀ ਰਹੇਗਾ, ਪਰ ਲੇਖ ਨੂੰ ਮਿਟਾਉਣ ਦਾ ਤਰੀਕਾ ਗੁਰੂ ਜੀ ਕੀ ਕਰਦੇ ਹਨ? ਸੰਪਤ ਸਤ ਦਵਾਦਸ ਬੈ ਸਾਰੀ, ਖਸ਼ਟ ਬਰਸ ਅਬ ਰਹੀ ਹਮਾਰੀ। ਗੁਰੂ ਸਾਹਿਬ ਜੀ ਕਹਿੰਦੇ ਸਾਡੀ ਉਮਰ 112 ਸਾਲ ਦੀ ਹੈ, ਤੇ ਸਾਡੀ ਹੁਣ 6 ਸਾਲ ਦੀ ਉਮਰ ਜਿਹੜੀ ਰਹਿ ਗਈ ਹੈ। ਸੋ ਹਮ ਦੇਹ ਤਿਨਹੁ ਕੇ ਤਾਈ,
ਲਿਹੋ ਸੁਹਾਗ ਆਪਣੋ ਸੁਖ ਪਾਈ। ਮਹਾਰਾਜ ਕਹਿੰਦੇ ਸੀ ਤੁਹਾਡੀ ਇਸ ਚੀਜ਼ ਨੂੰ ਵੇਖ ਕੇ ਤੁਸੀਂ ਨਿਸ਼ਚਾ ਕੀਤਾ, ਬੜੇ ਪ੍ਰਸੰਨ ਹੋਏ ਆ, ਇਸ ਕਰਕੇ ਜਿਹੜੀ ਆਪਣੀ 6 ਸਾਲ ਦੀ ਉਮਰ ਹੈ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਪ੍ਰਸੰਨਤਾ ਦੇ ਵਿੱਚ। ਜਿਹੜੀ ਸਾਡੀ 6 ਸਾਲ ਦੀ ਉਮਰ ਹੈ ਉਹ ਅਸੀਂ ਗੁਰੂ ਰਾਮਦਾਸ ਜੀ ਨੂੰ ਦੇ ਦੇਵਾਂਗੇ। ਇਮ ਕਹਿ ਆਰ ਬਲਾ ਨਿਜ ਸੇਸ ਊਤਮ ਗੁਰਤਾ ਜਗਤ ਅਸੇਸ। ਇਸ ਤਰ੍ਹਾਂ ਕਹਿ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਚਦੀ ਹੋਈ ਉਮਰ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਦਿੱਤੀ ਅਤੇ ਗੁਰਤਾ ਗੱਦੀ ਦਾ ਟੀਕਾ ਉਹਨਾਂ ਨੂੰ ਲਗਾ ਦਿੱਤਾ ਹੈ। ਸੋਟੀ ਕੁਲ ਭੂਖਨ ਕੋ ਦੀਨਸ ਸਕਲ ਅਧੀਨ ਤਿਨੂ ਕੇ ਕੀਨਸ। ਸੋਢੀ ਕੁਲ ਦੇ ਗਹਿਣੇ, ਸੋਢੀ ਕੁਲ ਦੇ ਲਾਲ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਚਦੀ ਹੋਈ ਆਯੂ ਦੇ ਕੇ ਸਾਰਿਆਂ ਨੂੰ ਉਹਨਾਂ ਦੇ ਅਧੀਨ ਕਰ ਦਿੱਤਾ। ਇੱਥੋਂ ਤੱਕ ਦੀ ਕਥਾ ਆਪਾਂ ਅੱਜ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ। ਹੁਣ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਿਆਈ ਪ੍ਰਾਪਤ ਕਰਦੇ ਨੇ, ਕਿਵੇਂ ਸੰਗਤਾਂ ਦਾ ਉਧਾਰ ਕਰਦੇ ਹਨ, ਕਿਵੇਂ ਕਿਵੇਂ ਸੰਗਤਾਂ ਉਹਨਾਂ ਦੇ ਕੋਲ ਆਉਂਦੀਆਂ ਨੇ, ਕਿਹੜੇ ਕਿਹੜੇ ਉਹ ਬਚਨ ਕਹਿੰਦੇ ਨੇ, ਇਹ ਆਪਾਂ ਹੁਣ ਅੱਗੇ ਜਿਹੜੀ ਕੱਲ ਨੂੰ ਕਥਾ ਆਰੰਭ ਹੋਏਗੀ ਕੱਲ ਨੂੰ ਸਰਵਣ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਦੇਹ ਅਰੋਗਤਾ ਬਖਸ਼ਣ, ਤਾਂ ਜੋ ਆਪ ਇਸੇ ਤਰੀਕੇ ਨਾਲ ਸਤ ਸੰਗਤ ਵਿੱਚ ਆ ਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਤ ਸੰਗਤ ਦੇ ਵਿੱਚ ਜੋੜ ਕੇ ਜੀਵਨ ਨੂੰ ਸਫਲ ਕਰ ਸਕੀਏ। ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਣ। ਸਾਰੇ ਨਗਰ ਤੇ ਗੁਰੂ ਜੀ ਮਿਹਰ ਭਰਿਆ ਹੱਥ ਰੱਖਣ। ਸਭਨਾਂ ਦੇ ਬੱਚਿਆਂ ਤੇ ਸਫਲਤਾ ਦੀ ਦਾਤ ਬਖਸ਼ਣ, ਉੱਨਤੀ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।